ਸਵਾਗਤ। ਡੀਡੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ। ਮੈਂ ਹਾਂ ਚਰਨਜੀਤ ਜੋਗੀ। ਜਦੋਂ ਬੱਚਾ ਜੰਮਦਾ ਹੈ ਤਾਂ ਉਸ ਵੇਲੇ ਉਹਨੂੰ ਲੋਰੀ ਸੁਣਾਈ ਜਾਂਦੀ ਹੈ। ਸੁਲਾਉਣ ਦੇ ਵਾਸਤੇ ਮਾਵਾਂ ਆਪਣੀ ਗੋਦ ਵਿੱਚ ਚੁੱਕ ਕੇ ਲੋਰੀਆਂ ਸੁਣਾਉਂਦੇ ਨੇ। ਵੱਖੋ ਵੱਖਰੀਆਂ ਰੀਤਾਂ ਰਸਮਾਂ ਦੇ ਮੁਤਾਬਕ ਗਾਉਣ ਬਣੇ ਹੁੰਦੇ ਨੇ, ਉਹ ਗਾਉਣ ਸੁਣਾਏ ਜਾਂਦੇ ਨੇ। ਆਖਰ ਤੱਕ ਇਹ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਦਾ, ਬਹੁਤ ਕੁਝ ਪੜ੍ਹਦਾ, ਬਹੁਤ ਕੁਝ ਆਪਣੇ ਨਾਲ ਹੰਢਾਉਂਦਾ ਹੈ ਔਰ ਅਕਸਰ ਉਹਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਸਾਰਿਆਂ ਦੀ ਸਾਡੀ ਨਿਕਲ ਜਾਂਦੀ ਹੈ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਜਾਣੇ ਅਣਜਾਣੇ ਸਾਹਿਤ ਨਾਲ ਜੁੜੇ ਹੁੰਦੇ ਹਾਂ। ਇਹ ਸਾਡਾ ਸਾਹਿਤ ਤਾਂ ਹੈ ਕਿ ਜਿਹੜਾ ਸਾਨੂੰ ਸਮੋਈ ਰੱਖਦਾ ਹੈ, ਸਾਡੇ ਸਮਾਜ ਦੀ ਇੱਕ ਤਸਵੀਰ ਪੇਸ਼ ਕਰਦਾ ਹੈ। ਅੱਜ ਗੱਲਾਂ ਸਾਹਿਤਕ ਹੋਣਗੀਆਂ, ਸਾਹਿਤ ਦੀ ਸਮਾਜਿਕ ਭੂਮਿਕਾ ਦੇ ਬਾਰੇ ਹੋਣਗੀਆਂ ਔਰ ਇਹਨਾਂ ਗੱਲਾਂ ਦੇ ਵਿੱਚ ਬਹੁਤ ਵੱਡਾ ਜੋ ਰਹੱਸ ਲੁਕਿਆ ਹੋਇਆ ਹੈ, ਉਸ ਰਹੱਸ ਤੋਂ ਪਰਦਾ ਚੁੱਕਣ ਦੇ ਵਾਸਤੇ ਅੱਜ ਸਾਡੇ ਨਾਲ ਗੱਲਾਂ ਤੇ ਗੀਤ ਵਿੱਚ ਗੱਲਾਂ ਕਰਨ ਦੇ ਵਾਸਤੇ ਉੱਘੇ ਕਹਾਣੀਕਾਰ ਅਜਮੇਰ ਸਿੱਧੂ ਜੀ ਸਾਡੇ ਨਾਲ ਨੇ ਔਰ ਇਹਨਾਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਜਿਹੜੀਆਂ ਉਹ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪਾਠਕ੍ਰਮ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਸਿਲੇਬਸ ਦੇ ਵਿੱਚ ਲੱਗੀਆਂ ਹੋਈਆਂ ਨੇ। ਔਰ ਸਭ ਤੋਂ ਵੱਡੀ ਗੱਲ, ਇਹਨਾਂ ਨੇ ਖੋਜ ਦਾ ਕੰਮ ਵੀ ਬੜਾ ਕੀਤਾ ਹੈ। ਪਿੰਡਾਂ ਦੇ ਉੱਪਰ ਬੜੀ ਵੱਡੀ ਖੋਜ ਕੀਤੀ ਹੈ। ਇਹਨਾਂ ਦੇ ਪਰਚੇ ਅਖਬਾਰਾਂ ਦੇ ਵਿੱਚ ਛਪਦੇ ਰਹੇ ਨੇ, ਇੱਥੋਂ ਤੱਕ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਅਖਬਾਰਾਂ ਦੇ ਵਿੱਚ, ਰਸਾਲਿਆਂ ਦੇ ਵਿੱਚ ਵੀ ਇਹਨਾਂ ਦੇ ਲੇਖ ਛਪਦੇ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਹਿਤ ਦੇ ਨਾਲ ਜੁੜੀ ਹੋਈ ਉਹ ਸ਼ਖਸੀਅਤ ਹੈ ਕਿ ਜਿਹੜੀ ਸਾਹਿਤ ਨੂੰ ਹੰਢਾ ਕੇ ਮੁੜ ਸਾਹਿਤ ਸਿਰਜਣਾ ਕਰਦੀ ਹੈ। ਸੰਪਾਦਨਾ ਦੇ ਖੇਤਰ ਦੇ ਵਿੱਚ ਵੀ ਕੰਮ ਕੀਤਾ ਹੈ ਔਰ ਵੱਡੇ ਵੱਡੇ ਐਵਾਰਡ, ਮਾਣ ਸਨਮਾਨ ਵੀ ਇਹਨਾਂ ਦੀ ਝੋਲੀ ਪਏ ਨੇ ਔਰ ਨੈਸ਼ਨਲ ਐਵਾਰਡੀ ਨੇ। ਅਜਮੇਰ ਸਿੱਧੂ ਜੀ, ਸਭ ਤੋਂ ਪਹਿਲਾਂ ਤੇ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਬਹੁਤ ਬਹੁਤ ਦੂਰਦਰਸ਼ਨ ਦਾ, ਤੇ ਜਿਹੜੇ ਵੀ ਮੇਰੇ ਭੈਣ ਭਰਾ ਵੇਖ ਰਹੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਜੀ। ਜੀ, ਔਰ ਕਿਉਂਕਿ ਤੁਹਾਡੇ ਨਾਲ ਗੱਲਾਂ ਕਰਨੀਆਂ ਹੀ ਹਾਂਜੀ ਮੇਰੇ ਲਈ ਇੱਕ ਕਹਾਣੀ ਸੁਣਨ ਵਾਂਗ ਹੋਏਗਾ। ਵਾਹ ਜੀ। ਕਿਉਂਕਿ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਸਾਹਿਤਕ ਜੀਆਂ ਗੱਲਾਂ ਕਰਾਂਗੇ। ਤੇ ਜੇਕਰ ਅਸੀਂ ਇੱਕ ਆਮ ਤੁਹਾਡੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਕਿ ਸਾਹਿਤ ਕੀ ਹੈ, ਇਹਦੇ ਵਿੱਚ ਕੀ ਕੀ ਸਮੇਟ ਕੇ ਰੱਖਦਾ ਹੈ ਸਾਹਿਤ, ਉਹਦੇ ਬਾਰੇ ਪਹਿਲਾਂ ਗੱਲਬਾਤ ਹੋ ਜਾਵੇ। ਦੇਖੋ ਜੋਗੀ ਜੀ, ਜਿਹੜਾ ਸਾਹਿਤ ਹੈ ਮੋਟੀ ਜਿਹੀ ਜੀ ਉਹਦੀ ਆਪਾਂ ਗੱਲ ਕਰਨੀ ਹੋਵੇ, ਕਿਸੇ ਖਿੱਤੇ ਦਾ, ਕਿਸੇ ਕੌਮ ਦਾ, ਉਹਨਾਂ ਮਤਲਬ ਇਹਨਾਂ ਖਿੱਤਿਆਂ ਅਤੇ ਕੌਮਾਂ ਦੇ ਜਿਹੜੇ ਲੋਕ ਆ ਉਹਨਾਂ ਦਾ ਜੀਵਨ, ਉਹਨਾਂ ਦਾ ਆਲਾ ਦੁਆਲਾ, ਉਹਨਾਂ ਦਾ ਖਾਣ ਪੀਣ, ਉਹਨਾਂ ਦਾ ਪਹਿਨਣ, ਉਹਨਾਂ ਦਾ ਸੱਭਿਆਚਾਰ, ਉਹਨਾਂ ਦੇ ਜਨਮ ਮਰਨ, ਜਿਹੜੇ ਵੀ ਇਹ ਸਾਰਾ ਕੁਝ ਹੈ ਉਹਨੂੰ ਇੱਕ ਬਰਤਾਂਤ ਦਾ ਰੂਪ ਕਿਸੇ ਵੀ ਲਿਖਤ ਵਿੱਚ ਦੇ ਦਈਏ, ਕਹਾਣੀ ਬਣਾ ਦਈਏ, ਕਵਿਤਾ ਲਿਖ ਦਈਏ, ਨਾਵਲ ਲਿਖ ਦਈਏ, ਨਾਟਕ ਕਿੱਸੇ ਲਿਖ ਦਈਏ, 12 ਗਾ ਦਈਏ, ਇਹ ਸਾਰੇ ਦਾ ਸਾਰਾ ਸਾਹਿਤ ਦੇ ਵਿੱਚ ਆਉਂਦਾ ਜੀ। ਕੀ ਬਾਤ ਹੈ। ਜਿਹੜੀ ਕਿ ਸਾਡੀ ਜੀਵਨ ਸ਼ੈਲੀ ਜਿਹੜੀ ਹੈਗੀ ਉਹਦੀ ਕੋਈ ਕਿਤਾਬ ਲਿਖ ਕੇ ਸਾਨੂੰ ਫੜਾ ਦੇਵੇ ਤਾਂ ਸਾਹਿਤ ਦਾ ਇੱਕ ਵੱਡਾ ਇੱਕ ਸਾਡੇ ਲਈ ਤੋਹਫਾ ਹੋਏਗਾ, ਤੋਹਫਾ ਹੁੰਦਾ ਜੀ। ਔਰ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਇਹ ਸਾਹਿਤ ਆ, ਇਹ ਸਮਾਜ ਸਿਰਜਦਾ ਤੇ ਜਾਂ ਫਿਰ ਸਾਹਿਤ ਸਮਾਜ ਦੀ ਸਿਰਜਣਾ ਕਰਦਾ ਹੈ? ਦੇਖੋ, ਮੈਂ ਸਾਇੰਸ ਦਾ ਵਿਦਿਆਰਥੀ ਹਾਂ। ਸਾਨੂੰ ਸਾਇੰਸ ਵਿੱਚ ਇਹ ਪੜ੍ਹਾਇਆ ਗਿਆ ਵੀ ਪਹਿਲਾਂ ਬਨਸੈਲੀ ਜੀਵ ਪੈਦਾ ਹੋਏ, ਉਹਦੇ ਤੋਂ ਹੋਰ ਜੀਵ ਪੈਦਾ ਹੋ ਗਏ, ਫਿਰ ਉਹਦੇ ਤੋਂ ਮਨੁੱਖ ਪੈਦਾ ਹੋਇਆ। ਹੁਣ ਇਕੱਲਾ ਕਹਿ ਰਿਹਾ ਮਨੁੱਖ ਕੁਝ ਨਹੀਂ ਹੁੰਦਾ, ਉਹਦੇ ਲਈ ਉਹਨੂੰ ਪਰਿਵਾਰ ਦੀ ਲੋੜ ਪਈ। ਕਿੰਨੇ ਮੈਂਬਰ ਹੋ ਗਏ, ਇੱਕ ਟੱਬਰ ਬਣ ਗਿਆ। ਪਰ ਕੀ ਟੱਬਰ ਇੱਕ ਜਿਹੜਾ ਇਕੱਲਾ ਆ ਉਹ ਮਤਲਬ ਸਾਰਾ ਕੁਝ ਕਰ ਸਕਦਾ? ਨਹੀਂ। ਉਹ ਇੱਕ ਟੱਬਰ ਨੂੰ ਦੂਜੇ ਟੱਬਰ ਦੀ ਲੋੜ ਪੈ ਗਈ, ਤੀਜੇ ਦੀ ਲੋੜ ਪੈ ਗਈ, ਮਤਲਬ ਬੰਦਿਆਂ ਨੂੰ ਬੰਦਿਆਂ ਦੀ ਲੋੜ ਪੈ ਗਈ। ਉਹਦੇ ਨਾਲ ਕੀ ਬਣਿਆ? ਸਮਾਜ। ਤੇ ਜਦੋਂ ਸਮਾਜ ਬਣਿਆ, ਸਮਾਜ ਦੇ ਵਿੱਚ ਇੱਕ ਦੂਜੇ ਨੂੰ ਚੀਜ਼ ਦੀ ਲੋੜ ਹੈ। ਮੈਂ ਹੁਣ ਤੁਹਾਡੇ ਕੋਲ ਆਇਆ, ਤੁਸੀਂ ਮੈਨੂੰ ਚਾਹ ਪਾਣੀ ਪਿਲਾਉਂਗੇ ਜਾਂ ਮੈਂ ਕੋਈ ਚੀਜ਼ਾਂ ਤੁਹਾਤੋਂ ਲੈਣੀਆਂ, ਆਦਾਨ ਪ੍ਰਦਾਨ ਹੋਣਾ ਆ, ਵਪਾਰ ਹੋਣਾ। ਲੋਕਾਂ ਨੇ ਮਤਲਬ ਚਲੋ ਵਪਾਰ ਤਾਂ ਕਿਤੇ ਬਹੁਤ ਬਾਅਦ ਚੱਲਿਆ ਹੈਗਾ, ਮਤਲਬ ਜੋ ਪਹਿਲਾਂ ਲੈਣ ਦੇਣ ਸੀਗਾ ਉਹਦੇ ਲਈ ਕੋਈ ਨਾ ਕੋਈ ਮਾਧਿਅਮ ਚਾਹੀਦਾ। ਮਾਧਿਅਮ ਕੀ ਚਾਹੀਦਾ? ਭਾਸ਼ਾ ਚਾਹੀਦੀ ਆ। ਤੇ ਜਦੋਂ ਤੁਸੀਂ ਭਾਸ਼ਾ ਯਾਦ ਕਰ ਲਈ ਵੀ ਅਸੀਂ ਬੋਲਣ ਲੱਗ ਪਏ ਇੱਕ ਦੂਜੇ ਦੀਆਂ ਲੋੜਾਂ ਤੇ ਨੂੰ ਮਤਲਬ ਪੂਰੀਆਂ ਕਰਨ ਦੇ ਲਈ, ਤੇ ਫਿਰ ਭਾਸ਼ਾ ਦੇ ਨਾਲ ਜਿਹੜਾ ਸਾਹਿਤ ਜਨਮ ਲੈਂਦਾ। ਤੁਹਾਡਾ ਸਵਾਲ ਸੀਗਾ ਵੀ ਕੀ ਸਾਹਿਤ ਸਮਾਜ ਨੂੰ ਪੈਦਾ ਕਰਦਾ ਕਿ ਸਮਾਜ ਸਾਹਿਤ ਨੂੰ? ਸਮਾਜ ਪਹਿਲਾਂ ਆਉਂਦਾ ਆ, ਸਾਹਿਤ ਕਿਤੇ ਬਾਅਦ ਵਿੱਚ ਜਾ ਕੇ ਪੈਦਾ ਹੁੰਦਾ ਆ। ਔਰ ਜਿਉਂ-ਜਿਉਂ ਪੜ੍ਹਾਈ ਅੱਗੇ ਗਈ, ਲੋਕਾਂ ਕੋਲ ਗਿਆਨ ਆਇਆ ਤੇ ਲੋਕਾਂ ਦਾ ਮਤਲਬ ਸੋਚ ਸਵਾਦ ਵੀ ਵਧਿਆ,
ਲੋਕਾਂ ਨੇ ਇੱਕ ਦੂਜੇ ਨੂੰ ਚੇਤਨ ਵੀ ਕਰਨਾ ਸੀਗਾ, ਉਹਦੇ ਲਈ ਜਿਹੜਾ ਸਾਹਿਤ ਹੈ ਉਹ ਜਨਮ ਲੈ ਲੈਂਦਾ ਹੈਗਾ ਜੀ। ਇਹਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਸਮਾਜ ਆ ਉਹ ਸਾਹਿਤ ਦੇ ਸ਼ੀਸ਼ੇ ਦੇ ਵਿੱਚੋਂ ਦੀ ਆਪਣਾ ਮੂੰਹ ਦੇਖਦਾ ਹੈ। ਹਾਂ, ਦੇਖੋ ਜੇ ਤੁਸੀਂ ਕੋਈ ਵੀ ਕੌਮ ਹੈ, ਕੋਈ ਖਿੱਤਾ ਆ, ਕੋਈ ਦੇਸ਼ ਹੈ, ਕੋਈ ਸਮਾਜ ਹੈ, ਉਹਦਾ ਜੇ ਮਤਲਬ ਸਾਰਾ ਕੁਝ ਵਿਖਣਾ ਚਾਹੁੰਦੇ ਆ, ਉਹ ਸਾਹਿਤ ਵਿੱਚੋਂ ਉਹਦਾ ਝਲਕਾਰਾ ਪੈ ਜਾਂਦਾ। ਤਾਂ ਹੀ ਕਹਿੰਦੇ ਆ ਵੀ ਸ਼ੀਸ਼ੇ ਦਾ ਜਿਹੜਾ ਕੰਮ ਕਰਦਾ ਹੈਗਾ। ਔਰ ਜੋਗੀ ਜੀ, ਜਿਹੜੀ ਮੈਨੂੰ ਇਹ ਲੱਗਦਾ ਜਿਹੜਾ ਸਾਹਿਤ ਆ ਨਾ, ਉਹਦੀ ਅੱਜ ਦਾ ਆਪਣਾ ਵਿਸ਼ਾ ਵੀ ਹੈਗੀ ਹੈ ਵੀ ਸਮਾਜਿਕ ਭੂਮਿਕਾ, ਉਹਦੀ ਬਹੁਤ ਦੇਣ ਹੈ। ਕਿਉਂਕਿ ਜਿਹੜਾ ਪੁਰਾਣਾ ਜਿਸ ਵੇਲੇ ਪੜ੍ਹਾਈ ਨਹੀਂ ਸੀ, ਸਾਹਿਤ ਨਹੀਂ ਸੀਗਾ, ਆਦਿ ਮਾਨਵ ਵੇਲੇ ਦਾ ਆ ਜਾਂ ਉਦੋਂ ਬਾਅਦ ਦਾ ਜਿਹੜਾ ਸਮਾਂ ਆ, ਉਹ ਵੇਖੋ ਉਦੋਂ ਬਾਅਦ ਤਬਦੀਲੀ ਕਿੱਦਾਂ ਆਉਂਦੀ ਹੈਗੀ ਆ। ਸਾਡੇ ਪਹਿਲੇ ਕਵੀ ਜਿਹੜੇ ਆ ਬਾਬਾ ਫਰੀਦ ਜੀ ਆ, ਜਿਨ੍ਹਾਂ ਦਾ ਜਨਮ 1173 ਦਾ ਆ, ਹੈ ਨਾ। ਉਸ ਵੇਲੇ ਸਾਡੇ ਕੋਲ ਜਿਹੜਾ ਮੱਧ ਯੁੱਗ ਆ, ਪਹਿਲੇ ਯੁੱਗ ਵਿੱਚ ਸਾਡੇ ਕੋਲ ਪੜ੍ਹਾਈ ਗਿਆਨ ਜਿਹੜਾ ਉਹ ਨਹੀਂ ਹੈਗਾ। ਮੱਧ ਯੁੱਗ ਦੇ ਵਿੱਚ ਗੁਰਮਤ ਕਾਵਿ ਆ, ਸੂਫੀ ਕਾਵਿ ਆ, ਬੀਰ ਕਾਵਿ ਆ, ਕਿੱਸਾ ਕਾਵਿ ਆ, ਉਹ ਸਾਰੇ ਤੋਂ ਆਉਂਦੇ ਆ। ਜਦੋਂ ਸਾਡੇ ਕੋਲ ਅੰਗਰੇਜ਼ ਆ ਜਾਂਦੇ ਆ, ਫਿਰ ਸਾਡੇ ਕੋਲ ਮਤਲਬ ਜਿਹੜਾ ਮਾਡਰਨ ਸਾਹਿਤ ਆ ਇਹ ਆ ਜਾਂਦਾ। ਹੁਣ ਹੈਗਾ ਸੀਗਾ ਤੁਹਾਡਾ ਵੀ ਇਹਦੀ ਸਾਹਿਤ ਕੀ ਆ, ਮਤਲਬ ਇਹ ਭੂਮਿਕਾ ਕਿੱਦਾਂ ਨਿਭਾਉਂਦਾ ਹੈਗਾ ਆ। ਸਾਹਿਤ ਸ਼ਖਸੀਅਤਾਂ ਕੱਢਦਾ। ਦੇਖੋ ਮੈਂ ਤੁਹਾਨੂੰ ਦੱਸਦਾ, ਜਿੰਨੀ ਮੈਂ ਅੱਜ ਮੈਂ ਇੱਥੇ ਬੈਠਾ, ਮੈਂ ਲਿਟਰੇਚਰ ਪੜ੍ਹਿਆ ਜੀ, ਮੈਂ ਬਹੁਤ ਸਾਰੇ ਲੋਕਾਂ ਦੀਆਂ ਜੀਵਨੀਆਂ ਪੜ੍ਹੀਆਂ, ਮੈਨੂੰ ਲੱਗਾ ਮੈਂ ਵੀ ਇਹਨਾਂ ਵਰਗਾ ਬਣਾ ਜੀ। ਤੇ ਮੈਂ ਮੰਨ ਲਓ ਮੈਂ ਵਿਗਿਆਨੀ ਦੀਆਂ ਜੀਵਨੀਆਂ ਪੜ੍ਹੀਆਂ, ਉਹਨੇ ਕਿੱਦਾਂ ਖੋਜਾਂ ਕੀਤੀਆਂ, ਔਰ ਫਿਰ ਮੈਂ ਉਹਨੂੰ ਜੀਵਨ 'ਚ ਢਾਲਿਆ। ਸਪੋਜ਼ ਕਰੋ ਸਾਡੇ ਜਦੋਂ ਅਸੀਂ ਨਿੱਕੇ ਨਿੱਕੇ ਸੀ, ਸਾਡੇ ਘਰਾਂ ਦੇ ਵਿੱਚ, ਸਾਡੇ ਪਿੰਡਾਂ 'ਚ ਅੰਧ ਵਿਸ਼ਵਾਸ ਬਹੁਤ ਹੁੰਦੇ ਸੀ। ਆਹ ਫਲਾਣੇ ਦਾ ਨਹਾਣਾ ਨਹੀਂ ਹੈਗਾ, ਅਸੀਂ ਕਿਤਾਬਾਂ ਪੜ੍ਹੀਆਂ ਤੇ ਹੁਣ ਰੋਜ਼ ਨਹਾਉਂਦੇ ਆ। ਉਦੋਂ ਚਮੜੀ ਦੇ ਰੋਗ ਬਹੁਤ ਹੁੰਦੇ ਸੀਗੇ, ਸੂਰਜ ਗ੍ਰਹਿਣ ਲੱਗ ਜਾਣਾ ਤੇ ਉਦੋਂ ਬਾਹਰ ਹੀ ਨਾ ਨਿਕਲਣਾ। ਹੁਣ ਸੂਰਜ ਗ੍ਰਹਿਣ ਲੱਗਾ, ਚੰਦਰਮਾ, ਤੁਸੀਂ ਬਾਹਰ ਘੁੰਮਦੇ ਫਿਰਦੇ ਆ, ਦੇਖਦੇ ਨਾ, ਉਹਨੂੰ ਨੰਗੀ ਅੱਖ ਨਾਲ ਨਹੀਂ ਦੇਖਦੇ ਹੈਗੇ। ਮਤਲਬ ਵਿਗਿਆਨ ਨੇ ਤੁਹਾਨੂੰ ਇੰਨਾ ਕੁਝ ਮਤਲਬ ਸਾਹਿਤ ਦੇ ਰਾਹੀਂ ਲੋਕਾਂ ਦੀ ਜਿਹੜੀ ਆ ਜੀਵਨ ਦੇ ਵਿੱਚ ਬਹੁਤ ਤਬਦੀਲੀ ਲੈ ਕੇ ਉਹ ਆਂਦੀ ਹੈਗੀ ਆ। ਫਿਰ ਜਿੰਨੀਆਂ ਰਾਜਨੀਤਿਕ ਲਹਿਰਾਂ ਆ, ਉਹਦੇ ਵਿੱਚ ਸਾਹਿਤ ਦਾ ਬਹੁਤ ਰੋਲ ਹੈ। ਇੱਕ ਛੋਟੀ ਜਿਹੀ ਉਦਾਹਰਨ ਆ ਵੀ ਲਾਲਾ ਬਾਂਕੇ ਦਿਆਲ ਨੇ ਗੀਤ ਲਿਖਿਆ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ। ਉਹਦੇ ਤੋਂ 1908 ਦੇ ਵਿੱਚ ਕਿੱਡੀ ਵੱਡੀ ਕਿਸਾਨਾਂ ਦੀ ਇੱਕ ਅੰਗਰੇਜ਼ਾਂ ਦੇ ਖਿਲਾਫ ਮੂਵਮੈਂਟ ਖੜੀ ਹੋ ਗਈ ਤੇ ਉਹ ਜਿਹੜੇ ਕਾਲੇ ਕਾਨੂੰਨ ਸੀਗੇ ਖੇਤੀ ਦੇ ਖਿਲਾਫ, ਉਹ ਪੰਜਾਬ ਦੇ ਲੋਕਾਂ ਨੇ ਵਾਪਸ ਕਰਾਏ ਹੈਗੇ ਆ। ਔਰ ਮਤਲਬ ਤੁਸੀਂ ਗਦਰ ਪਾਰਟੀ ਦੀ ਸਾਰੀ ਕਵਿਤਾ ਪੜ੍ਹ ਕੇ ਵੇਖ ਲਓ, ਉਹ ਲੋਕਾਂ ਨੂੰ ਮਤਲਬ ਖੜੇ ਕਰ ਦਿੰਦੀ ਸੀ, ਲੋਕਾਂ ਦੇ ਵਿੱਚ ਜੋਸ਼ ਪੈਦਾ ਕਰ ਦਿੰਦੀ ਸੀਗੀ। ਵੀਰ ਕਾਵਿ ਸਾਡਾ ਸਾਰਾ ਜੋਸ਼ ਪੈਦਾ ਕਰਦਾ ਆ। ਬੱਬਰ ਇੱਥੇ ਸਾਡੇ ਦੁਆਬੇ 'ਚ ਬਹੁਤ ਹੋਇਆ, ਉਹਨਾਂ ਦੀ ਬੱਬਰ ਅਖਬਾਰ ਹੈ, ਉਹ ਲੋਕਾਂ ਜੋਸ਼ ਪੈਦਾ ਕਰ ਰਹੀ ਆ। ਮਤਲਬ ਜਿੰਨੀ ਕ੍ਰਾਂਤੀਕਾਰੀ ਮੂਵਮੈਂਟ ਆ, ਉਹ ਲਿਟਰੇਚਰ ਦੀ, ਸਾਹਿਤ ਦੀ ਜਿਹੜੀ ਦੇਣ ਹੈ। ਆਪਾਂ ਜੇ ਇਹ ਵਿਗਿਆਨ ਦੀਆਂ, ਹਿਸਟਰੀ ਦੀਆਂ ਗੱਲਾਂ ਬੜਬੜੀਆਂ ਨੂੰ ਛੱਡ ਦਈਏ, ਮੈਂ ਆਪਣੇ ਜੀਵਨ 'ਚ ਛੋਟੀ ਜਿਹੀ ਗੱਲ ਤੁਹਾਨੂੰ ਸੁਣਾਉਣਾ। ਮੈਂ ਛੋਟਾ ਹੁੰਦਾ ਸਾਹਿਤ ਪੜ੍ਹਨ ਲੱਗ ਪਿਆ। ਮੇਰਾ ਵੈਸੇ ਘਰ ਦੇ ਵਿੱਚ ਮੇਰੇ ਭਰਾ ਸੀ ਸਰਦਾਰ ਸਤਨਾਮ ਸਿੰਘ, ਉਹ ਕਿਸੇ ਵਿਦਿਆਰਥੀ ਜਥੇਬੰਦੀ 'ਚ ਕੰਮ ਕਰਦੇ ਸੀਗੇ, ਉਹ ਲਿਟਰੇਚਰ ਲਾਉਂਦੇ ਸੀ, ਮੈਂ ਚੋਰੀ ਉਹਨਾਂ ਵਾਲਾ ਚੱਕ ਕੇ ਪੜ੍ਹ ਲੈਂਦਾ ਸੀਗਾ। ਮੈਨੂੰ ਜਿਹੜਾ ਜ਼ਿਆਦਾ ਮੇਰੀ ਪ੍ਰਾਇਮਰੀ ਦੀ ਟੀਚਰ ਸੀ ਸਰਦਾਰਨੀ ਬਲਦੇਵ ਕੌਰ, ਉਹਨਾਂ ਨੇ 8ਵੀਂ ਕਲਾਸ ਜਦੋਂ ਮੇਰੇ ਪੇਪਰ ਪੈ ਗਏ, ਮੈਂ ਪੜ੍ਹਨ ਵਾਲਾ ਸੀਗਾ, ਮਤਲਬ ਚੰਗਿਆਂ ਨੰਬਰਾਂ ਵਾਲਾ ਸੀਗਾ, ਉਹ ਮੈਨੂੰ ਕਹਿੰਦੇ ਕਾਕਾ ਹੁਣ ਇਹ ਨਾਵਲ ਪੜ੍ਹ, ਲਹੂ ਦੀ ਲੋ, ਜਸਵੰਤ ਸਿੰਘ ਕੰਵਲ ਹੁਣਾਂ ਦਾ ਨਾਵਲ ਆ ਜੀ। ਉਹ ਮੈਂ ਨਾਵਲ ਜਿੰਨਾ ਚਿਰ ਉਹ ਮੁੱਕ ਨਹੀਂ ਗਿਆ, ਮੈਂ ਨਹੀਂ ਹਟਿਆ। ਫਿਰ ਮੈਨੂੰ ਹੋਰ ਨਹੀਂ ਨਾਵਲ ਦਿੱਤੇ। ਇਵੇਂ ਜਦੋਂ ਮੈਂ 10ਵੀਂ ਦੇ ਪੇਪਰ ਪਾਏ, ਉਦੋਂ ਰਾਤ ਬਾਕੀ ਜਸਵੰਤ ਸਿੰਘ ਕੰਵਲ ਹੁਣਾਂ ਦੇ, ਨਾਨਕ ਸਿੰਘ ਦੇ, ਉਹ ਜਿੱਦਾਂ ਹੁਣ ਤੁਸੀਂ ਲਗਾਤਾਰ ਪੜ੍ਹ ਰਹੇ ਸੀਗੇ, ਉਹਦਾ ਮੈਨੂੰ ਫਾਇਦਾ ਕੀ ਹੋਇਆ, ਮੈਨੂੰ ਘਰਦਿਆਂ ਨੇ ਬਾਅਦ ਰਖਾਤਾ ਨਾਨ ਮੈਡੀਕਲ। ਹੁਣ ਮੈਂ ਕੀ ਕਰਦਾ, ਜਦੋਂ ਮੈਨੂੰ ਨਾਨ ਮੈਡੀਕਲ ਰਖਾਇਆ, ਉਹਦੇ ਲਈ 16-17 ਘੰਟੇ ਤੁਹਾਨੂੰ ਪੜ੍ਹਨ ਚਾਹੀਦੇ ਨਾ। ਹੁਣ ਮੈਂ ਕਿਉਂਕਿ ਕਿੰਨੇ ਘੰਟੇ ਬਹਿ ਕੇ ਕਿਤਾਬਾਂ ਪੜ੍ਹੀਆਂ ਸੀਗੀਆਂ, ਮੇਰੀ ਸਿਟਿੰਗ ਬਹੁਤ ਸੀ। ਜਿਹੜੇ ਮੇਰੇ ਨਾਲ ਦੇ ਸੀਗੇ, ਉਹਨੇ ਅੱਧਾ ਘੰਟਾ ਬੈਠਣਾ, ਉੱਠ ਕੇ ਤੁਰ ਪੈਣਾ, ਘੁੰਮਣ ਫਿਰਨ ਲੱਗ ਪੈਣਾ, ਉਹਨਾਂ ਦਾ ਦਿਲ ਹੀ ਨਹੀਂ ਲੱਗਣਾ ਹੈਗਾ। ਪਰ ਮਤਲਬ ਜੇ ਮੈਂ ਇਹ ਔਖੇ ਜਿਹੜੇ ਵਿਸ਼ੇ ਸੀਗੇ, ਸਾਡੇ ਪਿੰਡਾਂ ਵਾਲਿਆਂ ਲਈ ਔਖੇ ਹੀ ਹੁੰਦੇ ਆ, ਮੈਡੀਕਲ, ਨਾਨ ਮੈਡੀਕਲ, ਮਤਲਬ ਉਹ ਜੇ ਅਸੀਂ ਪੜ੍ਹੇ ਆ ਲੰਮਾ ਸਮਾਂ, ਉਹ ਮੈਨੂੰ ਸਾਹਿਤ ਕਰਕੇ ਮਤਲਬ ਹੋਇਆ। ਫਿਰ ਪਿੱਛੇ ਮੈਨੂੰ ਇੱਕ ਕਾਨਫਰੰਸ ਹੋਈ ਅਮਰੀਕਾ, ਉੱਥੇ ਮੈਨੂੰ ਬੁਲਾ ਲਿਆ। ਉੱਥੇ ਮੈਨੂੰ ਇੱਕ ਲੜਕੀ, ਮੈਂ ਚੀਨ ਤੋਂ ਸੀਗੀ, ਮੈਂ LA ਜਾ ਰਿਹਾ ਸੀਗਾ, ਉੱਥੇ ਹਾਲੀਵੁੱਡ ਵੇਖਣ, ਉੱਥੇ ਜਿਹੜਾ ਕਿਵੇਂ ਫਿਲਮਾਂ ਬਣਦੀਆਂ, ਉਹ ਮੇਰਾ ਸੀਗਾ ਵੇਖਣਾ ਚਾਹੀਦਾ ਆ। ਉਹ ਮੈਨੂੰ ਕੁੜੀ ਚੀਨ ਬਾਰੇ ਪੁੱਛੀ ਆ, ਦੱਸਿਆ ਮਾੜਾ, ਤੇ ਮੈਂ ਚੀਨ ਬਾਰੇ ਗੱਲਾਂ ਕਰਨ ਲੱਗ ਪਿਆ, ਉੱਥੋਂ ਦੀ ਡਰੈਸ ਬਾਰੇ, ਉੱਥੋਂ ਦੀ ਇੰਡਸਟਰੀ ਬਾਰੇ, ਉੱਥੇ ਦੇ ਖੇਤਾਂ ਬਾਰੇ। ਉਹ ਮੈਨੂੰ ਕਹਿੰਦੇ ਤੁਸੀਂ ਚੀਨ ਗਏ ਆ?
ਮੈਂ ਕਿਹਾ ਨਹੀਂ ਮੈਂ ਕਦੀ ਨਹੀਂ ਗਿਆ। ਕਹਿੰਦੀ ਤੂੰ ਝੂਠ ਬੋਲਦਾ। ਅੱਛਾ। ਮੈਂ ਕਹਿੰਦੀ ਇੰਨੀਆਂ ਗੱਲਾਂ ਤਾਂ ਮੈਨੂੰ ਨਹੀਂ ਪਤਾ ਜਿੰਨੀਆਂ ਤੈਨੂੰ ਪਤਾ। ਮੈਂ ਕਿਹਾ ਅਸਲ ਵਿੱਚ ਅਸੀਂ ਇਹ ਸਾਰੀਆਂ ਕਿਤਾਬਾਂ ਪੜ੍ਹੀਆਂ। ਪਾਕਿਸਤਾਨ ਸਾਡਾ ਆਪਣਾ ਮੁਲਕ ਹੈ ਜੀ, ਸਾਡੇ ਮੇਰੇ ਬਜ਼ੁਰਗਾਂ ਦਾ ਉਹ ਜਨਮ ਆ, ਸਾਡੇ ਬਹੁਤ ਸਾਰੇ ਲੋਕ ਉੱਥੋਂ ਉੱਜੜ ਕੇ ਇੱਧਰ ਆਏ ਆ, ਇੱਧਰ ਉੱਜੜ ਕੇ ਉੱਧਰ ਗਏ ਆ। ਮਤਲਬ ਸਾਨੂੰ ਉੱਥੋਂ ਦੀਆਂ ਆਹ ਬਾਰ ਹੈ, ਆਹ ਗਲੀਆਂ, ਆਹ ਚੱਕ ਆ, ਉਹ ਸਾਨੂੰ ਇੱਥੇ ਬੈਠਿਆਂ ਪਤਾ। ਜਦੋਂ ਸਾਡੀ ਇੰਨੀ ਛੋਟੀ ਉਮਰ ਆ, ਹੈ ਨਾ, ਅਸੀਂ ਉੱਥੇ ਜਾ ਨਹੀਂ ਸਕੇ ਹੈਗੇ। ਪਰ ਕਿਉਂ, ਕਿੱਥੋਂ ਪਤਾ? ਸਾਨੂੰ ਕਿਤਾਬਾਂ ਨੇ ਦਿੱਤਾ ਜੀ। ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ, ਜਿੰਨੇ ਮੇਰੇ ਪਿੰਡ ਤੋਂ ਇੱਕ ਜਿਸ ਪਿੰਡ 'ਚ ਮੈਂ ਪਲਿਆ, ਰੁਸਤਮ ਹਿੰਦ ਭਲਵਾਨ ਸੀ ਆਪਣੇ ਹਰਬੰਸ ਸਿੰਘ। ਮੈਂ ਉਹਨਾਂ ਨੂੰ ਇੱਕ ਵਾਰ ਪੁੱਛਿਆ, ਮੈਂ ਕਿਹਾ ਬਾਪੂ ਜੀ ਵੀ ਤੁਸੀਂ ਰੁਸਤਮ ਹਿੰਦ ਵਰਲਡ ਲੈਵਲ ਦੇ ਭਲਵਾਨ ਆ, ਕਿੱਦਾਂ ਬਣੇ? ਉਹ ਕਹਿੰਦੇ ਮੇਰੇ ਬਾਪੂ ਵੀ ਇਹ ਕਰਦੇ ਸੀਗੇ, ਪਹਿਲਾਂ ਮੈਂ ਵੀ ਇਹ ਕਰ ਲਿਆ ਪਿਆ। ਪਰ ਕਹਿੰਦੇ ਜਦੋਂ ਮੈਂ ਭਲਵਾਨਾਂ ਦੀਆਂ ਜੀਵਨੀਆਂ ਵਰਲਡ ਲੈਵਲ ਦੀਆਂ ਪੜ੍ਹੀਆਂ, ਫਿਰ ਮੈਂ ਨਿਸ਼ਾਨਾ ਮਿੱਥ ਲਿਆ ਕਿ ਮੈਂ ਵੀ ਭਲਵਾਨ ਐਦਾਂ ਦਾ ਬਣਨਾ, ਔਰ ਮੈਂ ਬਣ ਕੇ ਦਿਖਾਤਾ। ਬਿਲਕੁਲ। ਔਰ ਇਹ ਬੜੀ ਖੂਬਸੂਰਤ ਗੱਲ ਆ ਜਿਹੜੀ ਤੁਸੀਂ ਕਹੀ ਕਿ ਜਿਹੜਾ ਸਾਡਾ ਸਾਹਿਤ ਆ ਉਹ ਸ਼ਖਸੀਅਤਾਂ ਘੜਦਾ ਹੈ। ਹਾਂ, ਔਰ ਉਹ ਇੱਕ ਬਹੁਤ ਵੱਡੀ ਤਬਦੀਲੀ, ਕਿਉਂਕਿ ਜਦੋਂ ਚੰਗੇ ਲੋਕ ਪੈਦਾ ਹੋ ਜਾਂਦੇ ਨੇ ਸਮਾਜ ਦੇ ਵਿੱਚ ਤੇ ਸਾਡਾ ਸਮਾਜ ਸੁਧਰਨਾ ਸ਼ੁਰੂ ਹੋ ਜਾਂਦਾ ਹੈ। ਇਹਦਾ ਮਤਲਬ ਕਿ ਸਾਹਿਤ ਜਿਹੜਾ ਸਾਡਾ ਵੱਡਾ ਸਮਾਜ ਸੁਧਾਰਕ ਵੀ ਆ, ਬਹੁਤ ਵੱਡਾ। ਦੇਖੋ ਤੁਸੀਂ, ਤੁਹਾਨੂੰ ਯਾਦ ਹੋਣਾ ਅਮਰੀਕਾ ਦੇ ਵਿੱਚ ਜਿਹੜੇ ਕਾਲੇ ਲੋਕ ਸੀਗੇ ਉਹਨਾਂ ਤੇ ਬਹੁਤ ਜ਼ਬਰ ਜ਼ੁਲਮ ਬਹੁਤ ਹੁੰਦਾ ਸੀਗਾ। ਜਿਹੜੀ ਉਹਨਾਂ ਦੀ ਇੱਕ ਬਗਾਵਤ ਹੋਈ ਆ, ਮੇਰਾ ਖਿਆਲ 1861 ਤੋਂ ਲੈ ਕੇ 65 ਤੱਕ ਉਹਨੇ ਇੱਕ ਜੰਗ ਲੜੀ ਆ। ਔਰ ਉਹ ਜੰਗ ਜਿਹੜੀ ਲੜੀ ਆ ਉਹ ਗੋਰੀ ਸੀ ਉੱਥੇ, H.B. ਸਟੋਵੇ, ਉਹਨੇ ਨਾਵਲ ਲਿਖਿਆ ਅੰਕਲ ਟੌਮ's ਕੈਬਨ। ਉਹ ਨਾਵਲ ਛਪਣ ਦੀ ਦੇਰ ਸੀ, ਉਹ ਕਾਲੇ ਲੋਕਾਂ ਨੇ ਪੜ੍ਹਿਆ, ਉਹਨਾਂ ਨੂੰ ਮਤਲਬ ਸੜਕਾਂ ਤੇ ਨਿਕਲ ਆਏ। ਔਰ ਜਿਹੜਾ ਉੱਥੋਂ ਦਾ ਮਤਲਬ ਰਾਸ਼ਟਰਪਤੀ ਸੀਗਾ ਮਤਲਬ ਲਿੰਕਨ ਹੁਣੀ, ਉਹ ਜਦੋਂ ਜੰਗ ਜਿੱਤ ਗਏ, ਉਹਨੂੰ ਉਹਦੀ ਹਾਈਟ ਬਹੁਤ ਛੋਟੀ ਸੀ, ਉਹਨੂੰ ਕਹਿੰਦਾ ਕੁੜੀਏ ਤੂੰ ਛੋਟੀ ਬਹੁਤ ਸੀ ਪਰ ਤੂੰ ਨਾਵਲ ਐਡਾ ਵੱਡਾ ਲਿਖ ਦਿੱਤਾ ਵੀ ਸਾਡੇ ਦੇਸ਼ ਦੇ ਵਿੱਚ ਇੱਕ ਮਤਲਬ ਜੰਗ ਲਾਤੀ ਔਰ ਲੋਕਾਂ ਨੂੰ ਜਿੱਤ ਪ੍ਰਾਪਤ ਕਰਕੇ ਦੇ ਕ੍ਰਾਂਤੀ ਲੈ। ਸਾਹਿਤ ਮਤਲਬ ਤੁਹਾਡੇ 'ਚ ਚੰਗਿਆੜੇ ਛੱਡਦਾ ਹੈ ਨਾ, ਸਿਹਤ ਦੇ ਪ੍ਰਤੀ ਸਭ ਤੋਂ ਵੱਧ ਕੌਨਸ਼ੀਅਸ ਜਿਹੜਾ ਆ ਇਹ ਤੁਹਾਨੂੰ ਕਰ ਰਿਹਾ। ਮੰਨ ਲਓ ਆ ਪੰਜਾਬ ਵਿੱਚ ਪਿਛਲੇ ਸਮੇਂ ਨਸ਼ੇ ਹੀ ਨਸ਼ੇ ਹੋ ਗਏ, ਪਰ ਲੋਕੀ ਥੀਏਟਰ ਕਰਨ ਲੱਗ ਪਏ, ਪਿੰਡਾਂ ਵਿੱਚ ਜਾ ਕੇ ਜਾਗਰਤ ਕਰਨ ਲੱਗ ਪਏ। ਔਰ ਅਸੀਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਲੇਖ ਲੈ ਕੇ ਵਿਦਿਆਰਥੀਆਂ ਨੂੰ ਭਾਸ਼ਣ ਦੇਣ ਲੱਗ ਪਏ, ਬਹੁਤ ਸਾਰੇ ਲੋਕਾਂ ਨੇ ਦਿੱਤੇ, ਉਹਦੇ ਨਾਲ ਠੱਲ ਪਈ। ਮੈਂ ਇਹ ਨਹੀਂ ਕਹਿੰਦਾ ਬੰਦ ਹੋ ਗਿਆ, ਮਤਲਬ ਹੁਣ ਦੀ ਜਿਹੜੀ ਪੀੜ੍ਹੀ ਆ ਉਹਦੇ ਬਹੁਤ ਫਰਕ ਪਿਆ ਹੈਗਾ। ਮਤਲਬ ਕਿਹੜਾ ਖੇਤਰ ਆ ਜਿਹਦੇ ਵਿੱਚ ਸਾਹਿਤ ਦੀ ਕੋਈ ਭੂਮਿਕਾ ਨਹੀਂ ਹੈਗੀ, ਚਾਹੇ ਉਹ ਕਮਰਸ ਦਾ ਖੇਤਰ ਆ, ਚਾਹੇ ਉਹ ਸਾਇੰਸ ਦਾ ਖੇਤਰ ਆ, ਟੈਕਨੋਲੋਜੀ ਦਾ ਖੇਤਰ ਆ, ਜਿਹੜਾ ਬੰਦਾ ਸਾਹਿਤ ਨਾਲ ਜੁੜਿਆ ਆ ਉਹ ਕਰੈਕਟਰ ਵਾਈਜ਼ ਵੀ ਅੱਛਾ ਹੋਊਗਾ। ਅੱਜ ਸਾਡਾ ਦੇਸ਼ ਇੱਕ ਬਹੁਤ ਵੱਡੀ ਸ਼ਰਮ ਮਹਿਸੂਸ ਕਰ ਰਿਹਾ, ਮਣੀਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਵੀ 2 ਕੁੜੀਆਂ ਨੂੰ ਉਹ ਭੀੜ ਨੇ ਬਿਲਕੁਲ ਨੰਗੀਆਂ ਕਰਕੇ ਜਾਂ ਘੁਮਾਤਾ ਫੜ ਕੇ। ਪਰ ਇਹ ਕੰਮ ਜਿਨੀ ਸਾਹਿਤ ਪੜ੍ਹਿਆ ਹੋਊਗਾ ਉਹ ਨਹੀਂ ਕਰਨਗੇ, ਉਹ ਨਹੀਂ ਕਦੇ ਵੀ ਕਰਨਗੇ, ਉਹ ਰੋਕਣਗੇ। ਸਾਹਿਤ ਦੇ ਰਸੀਏ ਜਿਹੜੇ ਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਕੁਰੈਤਾਂ ਤੋਂ ਦੂਰ ਹੁੰਦੇ ਨੇ। ਸਾਹਿਤ ਤਾਂ ਆਪਣੇ ਅੰਦਰ ਦੇ ਵਿੱਚ ਇੱਕ ਐਸੀ ਲੋਈ ਆ ਕਿ ਜਿਹੜਾ ਲੋਈ ਉਹ ਲਪੇਟ ਲੈਂਦਾ ਆਪਣੇ ਆਲੇ ਦੁਆਲੇ, ਫਿਰ ਉਹ ਦੁਨੀਆ ਤੋਂ ਥੋੜਾ ਜਿਹਾ ਬਚਾ ਕੇ ਚੱਲਦਾ, ਉਹ ਆਪਣੀ ਲੋਈ ਦੇ ਨਾਲ ਫੁੱਲਾਂ ਨੂੰ ਝੜਨ ਨਹੀਂ ਦਿੰਦਾ। ਤੇ ਜੇਕਰ ਅਸੀਂ ਤੁਹਾਡੀ ਆਪਣੀ ਨਿੱਜੀ ਗੱਲ ਕਰਦੇ ਹਾਂ, ਸਾਡੇ ਸਾਹਮਣੇ ਇੱਕ ਇਹ ਵੀ ਸ਼ਖਸੀਅਤ ਆ, ਅਜਮੇਰ ਸਿੱਧੂ ਹੋਣਾ ਦਾ ਵੀ ਨਾਮ ਆ। ਔਰ ਕਿਉਂਕਿ ਤੁਹਾਡੀਆਂ ਕਹਾਣੀਆਂ ਵਿਦਿਆਰਥੀ ਪੜ੍ਹਦੇ ਨੇ ਆਪਣੇ ਸਿਲੇਬਸ ਦੇ ਵਿੱਚ, ਜਿਹੜੀ ਤੁਹਾਡੀ ਸ਼ਖਸੀਅਤ ਨੂੰ ਇਹ ਚੇਂਜ ਕਰਨ ਦੇ ਵਿੱਚ ਤੁਸੀਂ ਕਦੋਂ ਲੱਗਾ ਤੁਹਾਨੂੰ ਕਿ ਨਹੀਂ ਯਾਰ ਹੁਣ ਪੜ੍ਹ ਬਹੁਤ ਲਿਆ, ਹੁਣ ਲਿਖਣਾ ਵੀ ਚਾਹੀਦਾ? ਦਰਅਸਲ ਜਿੱਦਾਂ ਮੈਂ ਆਪਣੇ ਨਾ ਪਰਿਵਾਰ ਦੇ ਵਿੱਚ ਹੀ, ਮੇਰਾ ਭਰਾ ਸੀਗਾ, ਉਹਨੇ ਪਿੰਡ ਵਿੱਚ ਸਭਾ ਬਣਾਈ ਹੁੰਦੀ ਸੀਗੀ ਵੀ ਬੂਟੇ ਲਾਓ, ਦਰਖਤ ਲਾਓ, ਸਫਾਈ ਕਰੋ, ਪਿੰਡ ਦੇ ਨਿਆਣਿਆਂ ਨੂੰ ਪੜ੍ਹਾਓ। ਮੈਨੂੰ ਲੱਗਾ ਵੀ ਇਹ ਤਾਂ ਲੀਡਰ ਬਣ ਗਿਆ। ਮੈਂ ਵੀ ਸੋਚਿਆ ਮੈਂ ਲੀਡਰ ਬਣਾ, ਫਿਰ ਮੈਨੂੰ ਲੱਗਾ ਯਾਰ ਲੀਡਰ ਇੱਕ ਬਣ ਗਿਆ, ਮੈਂ ਕੀ ਕਰ ਸਕਦਾ। ਫਿਰ ਮੈਨੂੰ ਲੱਗਾ ਵੀ ਜਿਉਂ ਕਿਉਂ ਮੈਂ ਉਦੋਂ ਇਹਨਾਂ ਨੂੰ ਸਾਰਿਆਂ ਨੂੰ, ਨਾਨਕ ਸਿੰਘ ਹੁਣਾਂ ਨੂੰ, ਕਮਲ ਸਾਹਿਬ ਨੂੰ, ਬਲਵੰਤ ਗਾਰਗੀ ਹੁਣੀ ਆ, ਡਾਕਟਰ ਆਤਮਜੀਤ ਆ, ਮੰਟੋ ਹੁਣੀ ਆ, ਗੁਰਬੰਸ ਸਿੰਘ ਭੁੱਲਰ ਵਾ, ਜਿੰਨੀਆਂ ਵੀ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਆ, ਜਿਹਨੇ ਕਹਾਣੀਕਾਰ ਨੇ ਸਾਡੇ ਕੋਲ, ਪ੍ਰਿੰਸੀਪਲ ਸੁਜਾਨ ਸਿੰਘ ਹੁਣੀ ਆ, ਬਿਰਕ ਜੀ ਨੇ, ਮਤਲਬ ਇਹਨਾਂ ਮੈਂ ਸਾਰਿਆਂ ਨੂੰ ਪੜ੍ਹ ਰਿਹਾ ਸੀਗਾ ਤੇ ਮੈਨੂੰ ਲੱਗਾ ਯਾਰ ਮੈਂ ਲਿਖਣ ਦਾ ਕੰਮ ਕਰ ਲੈਣਾ। ਅੱਛਾ,
ਉਹ ਉਦੋਂ ਅਸੀਂ ਛੋਟੇ ਸੀਗੇ, ਮਨ 'ਚ ਇੱਕ ਬੀਜ ਹੋ ਗਿਆ। ਉਹ ਫਿਰ ਮੈਂ ਜਦੋਂ 10ਵੀਂ ਕਰਕੇ ਹਟਿਆ, ਮੇਰਾ ਇੱਕ ਦੋਸਤ ਸੀਗਾ ਸਾਡੇ ਪਿੰਡ ਤੋਂ ਸੀਗਾ, ਉਹਦਾ ਰੰਗ ਬੜਾ ਕਾਲਾ ਸੀਗਾ ਤੇ ਉਹ ਇੱਕ ਮੇਰੇ ਪਿੰਡ ਦੀ ਕੁੜੀ ਸੀਗੀ, ਉਹਦੇ ਵੱਲ ਮਗਰ ਘੁੰਮਦਾ ਫਿਰਦਾ, ਕੁੜੀ ਬਹੁਤ ਸੋਹਣੀ ਸੀਗੀ ਤੇ ਉਹਦੇ ਵੱਲ ਦੇਖਦੀ ਵੀ ਨਾ ਸੀਗਾ। ਉਹ ਮੈਂ ਜਿਹੜਾ ਨਾਵਲ ਹੈ ਰਾਤ ਬਾਕੀ ਪੜ੍ਹ ਕੇ ਹਟਿਆ, ਮੈਂ ਕਿਹਾ ਇਹ ਨਾਵਲ ਤਾਂ ਮੈਂ ਵੀ ਲਿਖ ਦੂੰਗਾ। ਅੱਛਾ। ਉਹ ਤਾੜੀ ਮਾਰ ਕੇ ਹੱਸ ਪਿਆ, ਮੈਨੂੰ ਮੱਥੇ ਤੇ ਹੱਥ ਮਾਰ ਕੇ, ਤੂੰ ਲਿਖ ਦੂੰ? ਮੈਂ ਕਿਹਾ ਲਿਖ ਦੂੰ। ਉਹ ਕਹਿੰਦਾ ਫਿਰ ਮੇਰੇ ਤੇ ਲਿਖ। ਅੱਛਾ। ਮੈਨੂੰ ਉਹਨੇ ਨਾ, ਉਦੋਂ 5 ਰੁਪਏ ਬਹੁਤ ਹੁੰਦੇ ਸੀਗੇ, ਮੇਰੀ 86 ਦੀ 10ਵੀਂ ਆ, ਤੇ ਉਹਨੇ 5 ਰੁਪਏ ਦੀ ਕਾਪੀ ਲਿਆ ਕੇ ਦਿੱਤੀ। ਅੱਛਾ, ਜੋ ਉਹਨੇ ਮੈਨੂੰ ਸੁਣਾਇਆ ਤੇ ਜਾਂ ਮੇਰੇ ਤੇ ਕਮਲ ਸਾਹਿਬ ਦਾ ਉਦੋਂ ਪ੍ਰਭਾਵ ਸੀਗਾ, ਮੈਂ ਉਹੀ ਲਿਖ ਕੇ ਉਹਨੂੰ ਦੇ ਦਿੱਤਾ। ਉਹ ਹੁਣ ਮੁੰਡਾ ਬਾਹਰ ਇੰਗਲੈਂਡ ਚਲੇ ਗਿਆ, ਉਹ ਕੁੜੀ ਪਹਿਲਾਂ ਚਲ ਗਈ ਸੀਗੀ, ਉਹ ਕਾਪੀ ਵੀ ਨਾਲੇ ਲੈ ਗਿਆ। ਮੈਨੂੰ ਨਹੀਂ ਹੁਣ ਪਤਾ ਮੈਂ ਉਹ 'ਚ ਕਿਆ ਲਿਖਿਆ ਕੀ ਨਹੀਂ ਲਿਖਿਆ, ਪਰ ਜਿਹੜਾ ਸੀਰੀਅਸ ਸੀਗਾ ਫਿਰ ਮੈਨੂੰ ਐ ਸੀਗਾ, ਮੇਰਾ ਜਿਵੇਂ ਸਾਇੰਸ ਦੇ ਸਬਜੈਕਟ ਰਖਾਤੇ। ਮੇਰੀ ਜਿਹੜੀ ਟੀਚਰ ਸੀ ਸਰਦਾਰਨੀ ਬਲਦੇਵ ਕੌਰ, ਜਾਂ ਮੇਰੇ ਘਰ ਦੇ, ਉਹ ਕਹਿੰਦੇ ਕਾਕਾ ਪੜ੍ਹ ਲਾ। ਪਰ ਮੈਂ ਵੀ ਇਹ ਸੋਚਿਆ, ਪੜ੍ਹਾਈ ਵੇਲੇ ਮੈਂ ਪੜ੍ਹਾਈ ਕਰਦਾ ਸੀ, ਜਦੋਂ ਛੁੱਟੀਆਂ ਹੁੰਦੀਆਂ ਸੀ ਉਦੋਂ ਹੀ ਲਿਟਰੇਚਰ ਪੜ੍ਹਦਾ, ਉਦੋਂ ਥੋੜ੍ਹਾ ਬਹੁਤਾ ਲਿਖਦਾ। ਫਿਰ ਮੈਂ ਇੱਥੇ ਥੋੜ੍ਹੀ ਜਲੰਧਰ ਆ ਗਿਆ, ਇੱਥੇ ਗਵਰਨਮੈਂਟ ਕਾਲਜ, ਆਪਣੇ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਪੜ੍ਹਨ ਲੱਗ ਪਿਆ। ਇੱਥੇ ਮੈਂ 3-4 ਸਾਲ ਰਿਹਾ। ਇੱਥੇ ਕਹਾਣੀ ਦਾ ਖੇਤਰ ਸੀਗਾ ਵਧੀਆ, ਪ੍ਰੇਮ ਪ੍ਰਕਾਸ਼ ਹੋਣੀ, ਇਹਦੇ ਬਰਿਆਮ ਸਿੰਘ ਸੰਧੂ ਹੋਣੀ, ਉਹ ਕਹਾਣੀ ਤੇ ਅੱਛਾ ਕੰਮ ਕਰ ਰਹੇ ਸੀ। ਬਹੁਤ ਸਾਰੇ ਮੁੰਡੇ ਸਾਡੇ ਕੋਲ, ਜਿੰਦਰ ਹੁਣੀ, ਦੇਸਾ ਕਾਲੀ ਆ, ਭਗਵੰਤ ਰਸੂਲਪੁਰੀ ਹੁਣੀ ਆ, ਇਹ ਵੀ ਉਹਨਾਂ ਦੇ ਨਾਲ ਮਤਲਬ ਲੱਗੇ ਹੋਏ ਸੀਗੇ। ਤੇ ਉਂਝ ਮੈਂ ਪਹਿਲਾਂ ਥੀਏਟਰ ਕਰਦਾ ਸੀਗਾ। ਅੱਛਾ। ਫਿਰ ਮੈਨੂੰ ਇਹ ਲੱਗਾ ਵੀ ਜਿਹੜਾ ਮੇਰੇ ਲਈ ਜਿਹੜਾ ਸੌਖਾ ਵਧੀਆ ਜਿਹੜਾ ਕੰਮ ਹੈ, ਮੇਰੀ ਜ਼ਿਆਦਾ ਪਕੜ ਜਿਹੜੀ ਹੋ ਸਕਦੀ ਆ, ਉਹ ਕਹਾਣੀ ਤੇ ਹੋ ਸਕਦੀ ਆ। ਬਸ ਫਿਰ ਮੈਂ ਇਹਨਾਂ ਦੇ ਨਾਲ ਹੀ ਇੱਥੇ ਰਹਿਣ ਲੱਗ ਪਿਆ। ਇੱਥੋਂ ਹੀ ਫਿਰ ਮੈਂ ਜਿਹੜੀ ਆ ਉਹ ਕਹਾਣੀਆਂ ਲਿਖਣੀਆਂ ਸ਼ੁਰੂ, ਜਿਹੜੀਆਂ ਮੈਂ ਇੱਥੋਂ, ਫਿਰ ਉਹ ਸਫ਼ਰ ਸ਼ੁਰੂ ਹੋ ਗਿਆ। ਹਾਂਜੀ। ਤੇ ਇੱਕ ਨਾਵਲਕਾਰ ਨੂੰ 5 ਰੁਪਈਆਂ ਦੀ ਕਾਪੀ ਦੇ ਉੱਪਰ, ਤੇ ਉਹ ਕਹਾਣੀਕਾਰ ਬਣ ਗਿਆ, ਸਥਾਪਿਤ ਹੋ ਗਿਆ। ਦੇਖੋ, ਇਹ ਸਾਹਿਤ ਜਿਹੜਾ ਹੈ ਇਹ ਬੜੇ ਰੰਗ ਵਟਾਉਂਦਾ ਹੈ, ਬੜੇ ਰੰਗ ਨੇ ਇਹਦੇ। ਇਹ ਜੇਕਰ ਹੁਣ, ਕਿਉਂਕਿ ਸਾਨੂੰ ਪਤਾ ਕਿ ਕਹਾਣੀ ਹੈ, ਕਵਿਤਾ ਆ, ਗੀਤ ਆ, ਬਸ ਜਾਂ ਲੇਖ ਆ, ਤੁਹਾਡੇ ਮੁਤਾਬਿਕ ਸਾਹਿਤ ਦੇ ਰੰਗ ਜਿਹੜੇ ਨੇ, ਵੰਨਗੀਆਂ ਜਿਹੜੀਆਂ ਨੇ, ਉਹ ਕਿਹੜੀਆਂ ਨੇ ਕਿ ਜਿਹੜੀਆਂ ਸਮਾਜ ਦੇ ਉੱਪਰ ਸਿੱਧਾ ਪ੍ਰਭਾਵ ਪਾਉਂਦੀਆਂ ਨੇ? ਦੇਖੋ, ਜਿਹੜਾ ਸਿੱਧਾ ਡਾਇਰੈਕਟ ਪ੍ਰਭਾਵ ਪਾਉਂਦਾ ਉਹ ਤਾਂ ਥੀਏਟਰ ਪਾਉਂਦਾ, ਜਿਹੜਾ ਰੰਗਮੰਚ ਆ, ਕਿਉਂਕਿ ਰੰਗਮੰਚ ਦੋਹਰਾ ਕੰਮ ਕਰ ਰਿਹਾ ਹੈਗਾ ਆ। ਉਹ ਲੋਕਾਂ ਨੂੰ ਸੋਝ ਸਵਾਦ ਵੀ ਦੇ ਰਿਹਾ, ਚੇਤਨ ਵੀ ਕਰ ਰਿਹਾ, ਤੇ ਸਿੱਧੀ ਡਾਇਰੈਕਟ। ਮੇਰੇ ਸਾਹਮਣੇ ਭਾਈ ਸਾਹਿਬ ਬੈਠੇ ਕੈਮਰੇ ਵਾਲੇ, ਮੈਂ ਹੁਣ ਗੱਲ ਕਰ ਰਿਹਾ, ਇਹ ਮੈਨੂੰ ਸੁਣ ਰਹੇ ਆ। ਇਵੇਂ ਹੀ ਜਦੋਂ ਆਪਾਂ ਨਾਟਕ ਕਰਦੇ, ਥੀਏਟਰ ਕਰ ਰਹੇ ਆ, ਤਾਂ ਉਸ ਵੇਲੇ ਬਿਲਕੁਲ ਦਰਸ਼ਕ ਸਾਡੇ ਸਾਹਮਣੇ ਬੈਠਾ ਆ। ਜਿਹੜਾ ਪੜ੍ਹਨ ਪੜ੍ਹਾਉਣ ਦਾ ਆ, ਦੇਖੋ ਸਾਡੇ ਕੋਲ ਬੜੀ ਅੱਛੀ ਕਹਾਣੀ ਲਿਖੀ ਜਾ ਰਹੀ ਹੈ ਪੰਜਾਬੀ ਦੇ ਵਿੱਚ। ਮਤਲਬ 30-35 ਕਹਾਣੀਕਾਰ ਆ ਜਿਹੜੇ 1990 ਤੋਂ ਬਾਅਦ ਬੜੀਆਂ ਖੂਬਸੂਰਤ, ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ, ਵੱਖਰੇ ਵੱਖਰੇ ਖੇਤਰਾਂ ਦੇ ਵਿੱਚ, ਵੱਖਰੇ ਵੱਖਰੇ ਵਰਗਾਂ 'ਚੋਂ ਉਹ ਲੇਖਕ ਆਏ ਆ। ਉਹਨਾਂ ਨੇ ਯਾਨੀ ਕਿ ਕਹਾਣੀਆਂ ਸਾਨੂੰ ਲਿਖ ਕੇ ਜਿਹੜੀਆਂ ਦਿੱਤੀਆਂ ਹੈਗੀਆਂ। ਇਵੇਂ ਨਾਵਲ 'ਤੇ ਬੜਾ ਅੱਛਾ ਕੰਮ ਹੋਇਆ ਹੈਗਾ ਆ, ਕਵਿਤਾ ਬੜੀ ਸੋਹਣੀ ਲਿਖੀ ਜਾ ਰਹੀ ਹੈਗੀ ਆ, ਵਾਰਤਕ ਬਹੁਤ ਸੋਹਣੀ ਆ, ਐਵੇਂ ਸਫ਼ਰਨਾਮੇ ਆ, ਜੀਵਨੀਆਂ ਆ, ਸਵੈ ਜੀਵਨੀਆਂ, ਮਤਲਬ ਬਹੁਤ ਵਧਾਵਾਂ ਹੈਗੀਆਂ ਸਾਡੀਆਂ ਸਾਹਿਤ ਦੀਆਂ, ਜਿਹਨਾਂ 'ਤੇ ਹੋਰ ਭਾਸ਼ਾਵਾਂ ਵਿੱਚ ਵੀ, ਪੰਜਾਬੀ ਵਿੱਚ ਵੀ ਬਹੁਤ ਖੂਬਸੂਰਤ ਯਾਨੀ ਕਿ ਕੰਮ ਜਿਹੜਾ ਆ ਉਹ ਹੋ ਰਿਹਾ ਜੀ। ਔਰ ਜੇਕਰ ਅਸੀਂ ਗੱਲ ਕਰਦੇ ਹਾਂ, ਸਾਹਿਤ ਇੱਕ ਪ੍ਰਚਲਿਤ ਸਾਹਿਤ ਹੁੰਦਾ ਹੈ, ਹਾਂਜੀ, ਇੱਕ ਲੋਕ ਸਾਹਿਤ ਹੁੰਦਾ ਹੈ, ਹਾਂਜੀ। ਇਹਨਾਂ ਦੋਨਾਂ ਦੇ ਵਿਚਕਾਰ ਮੋਟਾ ਫਰਕ ਜਿਹੜਾ ਉਹ ਕੀ ਹੁੰਦਾ ਹੈ? ਦੇਖੋ, ਜਿਹੜਾ ਲੋਕ ਸਾਹਿਤ ਹੈ, ਚਾਹੇ ਉਹ ਲੋਕ ਗੀਤ ਆ, ਚਾਹੇ ਉਹ ਲੋਕ ਗਥਾਵਾਂ ਆ, ਮਤਲਬ ਲੋਕ ਕਹਾਣੀਆਂ ਹੈਗੀਆਂ ਆ, ਐਕਚੁਅਲੀ ਕੀ ਉਹ ਲਿਖੀਆਂ ਤਾਂ ਹੈਗੀਆਂ ਕਿਸੇ ਨੇ। ਬੇਸ਼ੱਕ ਅਸੀਂ ਇਹ ਕਹਿ ਦਿੰਦੇ ਆ ਬੱਚਿਆਂ ਨੂੰ ਪੜ੍ਹਾਉਣ ਵੇਲੇ ਵੀ ਇਹਨਾਂ ਦਾ ਕੋਈ ਲੇਖਕ ਨਹੀਂ ਹੁੰਦਾ ਹੈਗਾ, ਪਰ ਉਹ ਉਸ ਸਮੇਂ ਦੇ ਵਿੱਚ ਲਿਖੀਆਂ ਗਈਆਂ, ਪਰ ਉਹ ਪਾਪੂਲਰ ਇੰਨੀਆਂ ਕੁ ਹੋ ਗਈਆਂ, ਲੋਕ ਉਹਨਾਂ ਦੇ ਲੇਖਕਾਂ ਨੂੰ ਭੁੱਲ ਗਏ, ਪੀੜ੍ਹੀ ਦਰ ਪੀੜ੍ਹੀ ਉਹ ਅੱਗੇ ਤੋਂ ਅੱਗੇ ਮਤਲਬ ਮਸ਼ਹੂਰ ਹੋ ਗਈਆਂ ਜੀ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵੀ ਬਾਪੂ ਸੋਹਣ ਸਿੰਘ ਸੀਤਲ ਹੋਣਾ ਦਾ, ਉਹ ਮਲਕੀ ਕੀਮਾ ਉਹਨਾਂ ਦਾ ਲਿਖਿਆ ਜੀ, ਸਾਨੂੰ ਤੁਹਾਨੂੰ ਸ਼ਾਇਦ ਨਾ ਹੀ ਪਤਾ ਹੋਵੇ, ਉਹ ਪਾਪੂਲਰ ਇੰਨਾ ਹੋ ਗਿਆ ਹੈਗਾ। ਬਿਲਕੁਲ। ਇਵੇਂ ਜਿਹੜੀਆਂ ਸਾਡੀਆਂ ਲੋਕ ਥਾਵਾਂ ਆ, ਲੋਕ ਗੀਤ ਹੈਗੇ ਆ, ਉਹ ਕਿਸੇ ਨਾ ਕਿਸੇ ਦੇ ਲਿਖੇ ਹੋਏ ਆ, ਉਹ ਪਾਪੂਲਰ ਹੋ ਗਏ ਆ। ਤੇ ਜਿਹੜਾ ਮਤਲਬ ਹੁਣ ਅਸੀਂ ਸਾਹਿਤ ਅੱਜ ਦਾ ਲਿਖ ਰਹੇ ਹਾਂ, ਖਾਸ ਤੌਰ 'ਤੇ ਜਦੋਂ ਸਾਡੇ ਕੋਲ ਅੰਗਰੇਜ਼ ਆ ਜਾਂਦੇ ਹੈਗੇ ਆ 1849 ਦੇ ਵਿੱਚ, ਬਿਲਕੁਲ ਪੰਜਾਬ 'ਤੇ ਕਬਜ਼ਾ ਕਰ ਲੈਂਦੇ ਆ, ਇਹ ਪੂਰੀ ਸਾਨੂੰ ਵਧਾਵਾਂ ਕਵਿਤਾ ਦੀ, ਕਹਾਣੀ ਦੀ, ਨਾਵਲ ਦੀ, ਨਾਟਕ ਦੀ, ਇਕਾਂਗੀ ਦੀ, ਉਹ ਪੂਰੀਆਂ ਵਧਾਵਾਂ ਦਿੰਦੇ ਹੈਗੇ ਆ। ਔਰ ਉਹਦੇ ਵਿੱਚੋਂ ਵੀ ਮਤਲਬ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਆ, ਉਹ ਜਿਹੜੀ ਲੋਕ ਮਾਨਸਿਕਤਾ ਦਾ ਉਹਦਾ ਹਿੱਸਾ ਜਿਹੜੇ ਆ ਉਹ ਬਣੇ ਆ।
ਬਿਲਕੁਲ ਬਿਲਕੁਲ। ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਹਿਤ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਹਲੇ ਬਾਕੀ ਨੇ। ਸਾਹਿਤ ਸਮਾਜ ਉਸਾਰੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ। ਇਸ ਦੀ ਭੂਮਿਕਾ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ। ਫਿਲਹਾਲ ਅਜਮੇਰ ਸਿੱਧੂ ਜੀ ਤੁਹਾਡੇ ਵਾਸਤੇ ਔਰ ਦਰਸ਼ਕਾਂ ਦੇ ਵਾਸਤੇ ਇੱਕ ਗੀਤ ਲੈ ਕੇ ਆ ਰਹੇ ਹਾਂ। ਜ਼ਰੂਰ ਜੀ, ਜ਼ਰੂਰ। ਉਸ ਤੋਂ ਬਾਅਦ ਫਿਰ ਆਪਾਂ ਮੁੜ ਪਰਤਾਂਗੇ। ਦੁੱਧ ਰਿੜਕਾਂ ਤੇ ਚੂੜੀ ਛਣਕੇ ਵੇ ਕਦੀ ਆ ਜਾ ਪਰੋਣਾ ਬਣ ਕੇ ਵੇ ਕੰਡਾ ਕੱਢ ਦੇ ਦਿਲਾਂ ਚੋਂ ਦੂਰੀ ਦਾ ਤੈਨੂੰ ਛੰਨਾ ਖਵਾ ਚੂਰੀ ਦਾ ਵਿੱਚ ਵੇੜੇ ਮੈਂ ਉਹ ਵਿੱਚ ਵੇੜੇ ਮੈਂ ਚਰਖਾ ਡੌਨੀਆਂ ਡੌਨੀਆਂ ਤੰਦ ਪਿਆਰ ਤੇਰੇ ਦੀ ਪੌਨੀਆਂ ਮੈਂ ਕੂਏ ਤੋਂ ਪਰਨੀਆਂ ਪਾਣੀ ਵੇ ਮੈਂ ਕੂਏ ਤੋਂ ਪਰਨੀਆਂ ਪਾਣੀ ਵੇ ਕਿਸ ਪਾਸਿਓਂ ਆ ਦਿਲ ਜਾਣੀ ਵੇ ਮੈਨੂੰ ਪਰਿਆ ਕੜਾ ਚੁਕਾ ਜਾਵੇ ਤੋਂ ਮਿੱਠੜੇ ਬੋਲ ਸੁਣਾ ਜਾਵੇ ਮੇਰੇ ਚਰਖੇ ਦੀ ਉਹ ਮੇਰੇ ਚਰਖੇ ਦੀ ਕੁੱਕਰ ਕਹਿੰਦੀ ਏ ਮੈਨੂੰ ਤਾਂਗ ਤੇਰੀ ਵੇ ਰਹਿੰਦੀ ਏ ਮੈਂ ਖੋਲ ਕੇ ਬਾਰੀ ਬੈਨੀਆਂ ਮੈਂ ਖੋਲ ਕੇ ਬਾਰੀ ਬੈਨੀਆਂ ਆਉਂਦੇ ਜਾਂਦੇ ਨੂੰ ਤੱਕਦੀ ਰਹਿੰਦੀਆਂ ਆਵੇਂ ਲੋਕਾਂ ਤੋਂ ਮੈਨੂੰ ਸੰਗੜਿਆ ਕਦੀ ਤੂੰ ਵੀ ਗਲੀ ਚੋਂ ਲੰਘਣਿਆ ਵਿੱਚ ਵੇੜੇ ਮੈਂ ਉਹ ਵਿੱਚ ਵੇੜੇ ਮੈਂ ਚਰਖਾ ਡੌਨੀਆਂ ਡੌਨੀਆਂ ਤੰਦ ਪਿਆਰ ਤੇਰੇ ਦੀ ਪੌਨੀਆਂ ਤੰਦ ਜੀ ਗੱਲਾਂ ਗੀਤ ਵਿੱਚ ਆਪਾਂ ਮੁੜ ਜੁੜ ਚੁੱਕੇ ਹਾਂ ਔਰ ਇਸ ਵੇਲੇ ਸਾਡੇ ਨਾਲ ਉੱਘੇ ਕਹਾਣੀਕਾਰ ਅਜਮੇਰ ਸਿੱਧੂ ਜੀ ਨੇ ਜਿਹੜੇ ਕਿ ਅੱਜ ਅਸੀਂ ਗੱਲਬਾਤ ਜਿਹੜੀ ਕਰ ਰਹੇ ਹਾਂ ਉਹ ਸਾਹਿਤ ਦੀ ਸਮਾਜਿਕ ਭੂਮਿਕਾ ਦੇ ਵਿਸ਼ੇ ਦੇ ਉੱਪਰ ਹੈ। ਔਰ ਸਿੱਧੂ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਸਾਡੇ ਉਸ ਵੇਲੇ ਦਾ ਪ੍ਰਚਲਿਤ ਸਾਹਿਤ ਮੁੜ ਕੇ ਜਾ ਕੇ ਕਈ ਵਾਰ ਲੋਕ ਸਾਹਿਤ ਬਣ ਜਾਂਦਾ ਹੈ। ਜਿਵੇਂ ਤੁਸੀਂ ਗੱਲ ਕਹੀ ਕਿ ਸਾਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ
ਵੀ ਉਹਦਾ ਰਾਈਟਰ ਕੌਣ ਆ, ਪਰ ਉਹ ਲਿਖਿਆ ਹੁੰਦਾ ਆ ਔਰ ਛਪਿਆ ਹੁੰਦਾ ਹੈ। ਜਿਵੇਂ ਬੜਾ ਖੂਬਸੂਰਤ ਜਿਹਾ ਇੱਕ ਅਸੀਂ ਦੇਖਦੇ ਹੁੰਦੇ ਸੀ ਸਾਡੇ ਘਰਾਂ ਦੇ ਵਿੱਚ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ, ਕੁੜੀਆਂ ਨੂੰ ਇੱਕ ਤਸਵੀਰ ਦਿੰਦੇ ਹੁੰਦੇ ਸੀ, ਆਲੇ ਮੈਂ ਸਾਂਭ ਗੁੰਜੀਆਂ ਧੀਆਂ ਘਰ ਚੱਲੀਆਂ ਸਰਦਾਰੀ, ਉਹ ਵੀ ਦੀਪਕ ਜਤੋਈ ਸਾਹਿਬ ਦਾ ਲਿਖਿਆ ਹੋਇਆ ਸੀਗਾ। ਹਾਂਜੀ ਹਾਂਜੀ, ਦੀਪਕ ਜਤੋਈ ਹਨਾ ਜੀ। ਔਰ ਉਹ ਸਾਨੂੰ ਹੁਣ ਪਤਾ ਲੱਗਿਆ ਕਿ ਜੁੱਤੀ ਕਸੂਰੀ ਪੈਰੀ ਨੇ ਪੂਰੀ, ਉਹ ਵੀ ਵਰਮਾ ਜੀ ਦਾ ਲਿਖਿਆ ਹੋਇਆ। ਔਰ ਜਿਹੜੇ ਆ ਮਧਾਣੀਆਂ ਹਾਇਓ ਮੇਰੇ ਡਾਢੇ ਰੱਬਾ ਕਿਹਨਾਂ ਜੰਮੀਆਂ ਕਿਹਨਾਂ ਲੈ ਜਾਣੀਆਂ, ਉਹ ਵੀ ਚੰਨ ਜੜਿਆਲਵੀ ਜੀ ਦਾ ਲਿਖਿਆ ਹੋਇਆ। ਦੇਖੋ ਸਾਨੂੰ ਇਹ ਜਿਹੜੀਆਂ ਚੀਜ਼ਾਂ ਜਦੋਂ ਸਾਨੂੰ ਅਚਾਨਕ ਪਤਾ ਲੱਗਦੀਆਂ ਤੇ ਸਾਡੀ ਰੁਚੀ ਵੱਧ ਜਾਂਦੀ ਹੈ। ਤੇ ਤੁਹਾਡੀ ਰੁਚੀ ਸਾਹਿਤ ਪ੍ਰਤੀ ਵਧੀ, ਤੁਸੀਂ ਕਿਤਾਬਾਂ ਲਿਖੀਆਂ ਔਰ ਉਹ ਪਾਠਕ੍ਰਮ ਦੇ ਵਿੱਚ ਵੀ ਲੱਗੀਆਂ। ਸਭ ਤੋਂ ਪਹਿਲੀ ਕਿਤਾਬ ਜਿਹੜੀ ਪਾਠਕਾਂ ਦੀ ਝੋਲੀ ਤੁਸੀਂ ਪਾਈ, ਉਹ ਫੁਰਨਾ, ਉਹ ਘਾਲਣਾ, ਉਹਦੇ ਬਾਰੇ ਜ਼ਿਕਰ ਕਰਨਾ ਚਾਹਾਂਗੇ। ਮੇਰੀ ਜਿਹੜੀ ਪਹਿਲੀ ਕਹਾਣੀ ਸੰਗ੍ਰਹਿ ਆ ਉਹ ਹੈ ਜੀ ਨੱਚੀ ਕੇਤਾ ਦੀ ਮੌਤ। ਲਗਭਗ ਉਹਦੇ ਵਿੱਚ 8-9 ਕਹਾਣੀਆਂ ਨੇ ਤੇ ਉਹ ਮੈਂ 7-8 ਸਾਲਾਂ ਦੇ ਵਿੱਚ ਮਤਲਬ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਲਿਖੀਆਂ। ਜਦੋਂ ਮੈਂ ਲਗਭਗ ਮੇਰੀ 1995 ਦੇ ਵਿੱਚ ਪਹਿਲੀ ਕਹਾਣੀ ਜਿਹੜੀ ਛਪਦੀ ਹੈ ਔਰ ਉਹ ਕਹਾਣੀ ਉਸ ਵੇਲੇ ਜਿਹੜੀ ਖਾਲਿਸਤਾਨੀ ਮੂਵਮੈਂਟ ਚੱਲ ਕੇ ਹਟੀ ਸੀਗੀ, ਉਹਦੇ ਵਿੱਚ ਵੀ ਜਿਹੜਾ ਇੱਕ ਧਾਰਮਿਕ ਬੰਦਾ ਆ ਉਹਦਾ ਦੋਹਰਾ ਕਿਰਦਾਰ ਕੀ ਆ। ਇਵੇਂ ਇੱਕ ਗੌਰਜਾ ਕਹਾਣੀ ਸੀ ਕਾਸਟਿਜ਼ਮ ਦੇ ਉੱਤੇ, ਵੀ ਇੰਡੀਆ ਦੇ ਵਿੱਚ ਬੰਦੇ ਨੂੰ ਜਿਹੜੀ ਜਾਤ ਪਾਤ ਆ ਕਿਵੇਂ ਉੱਤੇ ਮਾਰ ਕਰਦੀ ਹੈਗੀ ਆ। ਮੇਰੀ ਇਕੱਠੀਆਂ ਉਸ ਵੇਲੇ ਉਹ ਕਹਾਣੀਆਂ ਛਪਦੀਆਂ ਹੈਗੀਆਂ ਆ। ਤੇ ਇਵੇਂ ਏਡਜ਼ ਦੇ ਉੱਤੇ ਕਹਾਣੀ ਆ ਜਾਂਦੀ ਆ। ਮਤਲਬ ਵੱਖਰੇ ਵੱਖਰੇ ਵਿਸ਼ਿਆਂ ਨੂੰ, ਕੁੜੀਆਂ ਨੂੰ, ਕਿਉਂਕਿ ਇੰਡੀਆ ਦੇ ਵਿੱਚ ਜਿੱਥੇ ਜਾਤ ਦੀ ਮਾਰ ਹੈ ਉੱਥੇ ਕੁੜੀਆਂ ਨੂੰ ਵਿਚਾਰੀਆਂ ਨੂੰ ਮਤਲਬ ਮਾਰ ਦਿੱਤਾ ਜਾਂਦਾ ਸੀਗਾ। ਉਹਦੇ ਵਿੱਚ ਅੰਬਰਵਲ ਉੱਠੇ ਵਰਗੀ ਕਹਾਣੀ ਜਿਹੜੀ ਆ ਉਹ ਮੇਰੀ ਆਉਂਦੀ ਆ। ਇਵੇਂ ਇੱਕ ਜਿਹੜਾ ਇੱਥੇ ਤੁਸੀਂ ਵੇਖੋ ਬੱਚਿਆਂ ਨੂੰ ਪੜ੍ਹਾਈ ਬਹੁਤ ਔਖੀ ਆ ਜੀ, ਬੜੀ ਮਹਿੰਗੀ ਆ, ਮਤਲਬ ਔਖੀ ਦੇ ਵਿੱਚ ਮਹਿੰਗੀ ਬਹੁਤ ਆ, ਲੇਕਿਨ ਉਹਨਾਂ ਕੋਲ ਰੁਜ਼ਗਾਰ ਨਹੀਂ। ਉਹਦੇ ਲਈ ਦੀ ਸੋਰਟ ਆਫ ਬੰਦਾ ਸਿੰਘ ਬਹਾਦਰ ਵਰਗੀਆਂ ਕਹਾਣੀਆਂ ਵੀ ਜਿਹੜਾ ਯੂਥ ਆ ਉਹ ਕਿਹੜੀ ਭਟਕਣ ਦੇ ਵਿੱਚ ਫਿਰਦਾ ਹੈਗਾ ਆ। ਤੇ ਇਸ ਤਰ੍ਹਾਂ ਦਾ ਕੁਝ ਲੈ ਕੇ ਉਹ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਜਿਹੜਾ ਉਹ ਆਉਂਦਾ ਹੈਗਾ। ਬਿਲਕੁਲ। ਤੁਸੀਂ ਜਿਹੜੇ ਵਿਸ਼ੇ ਚੁਣੇ ਸੀਗੇ ਇਹ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਉਹ ਸਮਾਜ ਦੇ ਮੂੰਹ ਤੇ ਥੋਰ ਵਾਂਗੂ ਕੁਰੀਤੀਆਂ ਉਗਾਉਂਦੀਆਂ, ਉਹਨਾਂ ਨੂੰ ਤੁਸੀਂ ਝਾੜਨ ਦੀ ਕੋਸ਼ਿਸ਼ ਕਰਦੇ ਹੋ। ਹਾਂਜੀ, ਕਿਉਂਕਿ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਹੈ ਇੱਕ ਲੇਖਕ ਦੀ। ਉਹਨੇ ਉਸ ਸਮਾਜ ਦਾ ਚਿਹਰਾ ਮੂਹਰਾ ਬਦਲਣਾ ਵੀ ਹੁੰਦਾ ਹੈ। ਉਹਨਾਂ ਦੇ ਵਿੱਚੋਂ ਸ਼ਖਸੀਅਤਾਂ ਜਿਵੇਂ ਤੁਸੀਂ ਕਿਹਾ ਘੜਨੀਆਂ ਹੁੰਦੀਆਂ। ਇਹ ਅੱਜ ਅਜੋਕੇ ਸਮੇਂ ਦੇ ਵਿੱਚ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜੇ ਸਾਡੇ ਨਵੇਂ ਲੇਖਕ ਨੇ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੇ ਨੇ? ਦੇਖੋ ਸਰ, ਆਪਣੇ ਪਹਿਲਾਂ ਤੋਂ ਹੀ ਹਰ ਕਿਸਮ ਦਾ ਲੇਖਕ ਪੈਦਾ ਹੋਇਆ। ਜਿਹੜਾ ਸਮਾਜ ਪ੍ਰਤੀ ਸਮਰਪਿਤ ਸੀਗਾ ਉਹਨੂੰ ਚੇਂਜ ਕਰਨਾ ਚਾਹੁੰਦਾ ਸੀਗਾ। ਤੇ ਦੂਜੇ ਵੀ ਰਹੇ ਵੀ ਜਿਨ੍ਹਾਂ ਦਾ ਕੋਈ ਉਹਦੇ ਨਾਲ ਲਾਗਾ ਛਾਗਾ ਨਹੀਂ, ਵੀ ਟਾਈਮ ਪਾਸ ਕਰਨਾ ਹੈ, ਇੰਜੋਇਮੈਂਟ ਕਰਨੀ ਆ, ਉਹ ਪਹਿਲਾਂ ਵੀ ਸੀਗੇ, ਹੁਣ ਵੀ ਹੈਗੇ ਆ, ਆਉਣ ਵਾਲੇ ਸਮੇਂ ਵਿੱਚ ਵੀ ਹੋਏਗੇ। ਕਿਉਂਕਿ ਜਿਸ ਤਰ੍ਹਾਂ ਦੀਆਂ ਦੇਸ਼ ਦੀਆਂ ਹਾਲਤਾਂ ਆ ਉਹਦੇ ਵਿੱਚ ਚੰਗੇ ਮਨੁੱਖਾਂ ਦੀ, ਚੰਗੇ ਲੇਖਕਾਂ ਦੀ, ਚੰਗੇ ਵਿਗਿਆਨੀਆਂ ਦੀ, ਚੰਗੇ ਸਮਾਜ ਸ਼ਾਸਤਰੀਆਂ ਦੀ ਆਪਾਂ ਨੂੰ ਲੋੜ ਆ, ਚੰਗੇ ਲੀਡਰਾਂ ਦੀ ਲੋੜ ਆ। ਤੇ ਜੇ ਚੰਗਾ ਸਾਹਿਤ ਹੋਊਗਾ ਉਹ ਚੰਗੇ ਮਨੁੱਖ ਪੈਦਾ ਕਰ ਦੂਗਾ। ਕਿਉਂਕਿ ਅੱਜ ਦਾ ਜਿਹੜਾ ਪੀਰੀਅਡ ਆ ਇਹਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਪਹਿਲੂ ਆ ਉਹ ਬੰਦੇ ਦੀ ਬੰਦਿਆਈ ਖਤਮ ਹੋ ਗਈ। ਮੈਨੂੰ ਇਹ ਲੱਗਦਾ ਹੈਗਾ ਵੀ ਸਾਹਿਤਕਾਰ ਦਾ ਜਿਹੜਾ ਸਭ ਤੋਂ ਪਹਿਲਾ ਜਾਣੀ ਕਿ ਉਹਦੇ ਮਨ ਦੇ ਵਿੱਚ ਇੱਕ ਨਿਸ਼ਾਨਾ ਹੋਣਾ ਚਾਹੀਦਾ ਵੀ ਪਹਿਲਾਂ ਤਾਂ ਖੁਦ ਵਧੀਆ ਇਨਸਾਨ ਬਣੇ ਜੀ, ਫਿਰ ਉਹ ਲੋਕਾਂ ਦੇ ਵਿੱਚ ਸਮਾਜ ਵਿੱਚ ਬੰਦਿਆਈ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ, ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਲਿਖਤਾਂ ਲੈ ਕੇ ਆਵੇ। ਤੇ ਮੈਨੂੰ ਆਸ ਆ ਵੀ ਜਿਹੜਾ ਭਵਿੱਖ ਆ ਉਹ ਵਧੀਆ ਹੋਏਗਾ। ਕੋਈ ਏਡਾ ਨਹੀਂ ਹੈਗਾ। ਨੌਜਵਾਨ ਜਿਹੜੇ ਆ ਜਿਸ ਤਰ੍ਹਾਂ ਕਈ ਵਾਰ ਅਸੀਂ ਰੌਲਾ ਪਾ ਰਹੇ ਹਾਂ, ਬੱਚੇ ਫੋਨਾਂ ਤੇ ਲੱਗ ਗਏ, ਆਹ ਹੋ ਗਿਆ, ਨਸ਼ਿਆਂ ਤੇ ਲੱਗ ਗਏ। ਇਹ ਸਾਡੇ ਵੇਲੇ ਵੀ ਰੌਲੇ ਹੁੰਦੇ ਸੀਗੇ, ਉਸ ਵੇਲੇ ਹੋਰ ਕਿਸਮ ਦੇ ਰੌਲੇ ਸੀਗੇ, ਹੁਣ ਹੋਰ ਬਦਲ ਗਏ। ਪਰ ਭਗਤ ਸਿੰਘ ਹੁਣਾਂ ਨੇ ਆਉਣਾ ਹੀ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਤੁਹਾਡੇ ਦੇ ਵਿੱਚੋਂ ਜਾਂ ਨਵੀਂ ਜਨਰੇਸ਼ਨ ਦੇ ਵਿੱਚੋਂ ਚੀਕ ਵੇਰਾ ਵਰਗਿਆਂ ਨੇ ਉਹ ਉੱਠਣਾ ਹੀ ਆ। ਚੰਗੇ ਲੇਖਕ ਜਿਹੜੇ ਆ ਉਹ ਵੀ ਪੈਦਾ ਹੋਣੇ, ਚੰਗੀਆਂ ਰਚਨਾਵਾਂ ਹੋਣਗੀਆਂ। ਔਰ ਇਹ ਸਾਡੇ ਸਮਾਜ ਦੀ ਲੋੜ ਵੀ ਹੈ ਕਿ ਸਾਨੂੰ ਚੰਗਾ ਸਾਹਿਤ ਪੜ੍ਹਨ ਨੂੰ ਮਿਲਦਾ ਰਹੇ ਔਰ ਅਸੀਂ ਉਸ ਸਾਹਿਤ ਦੇ ਨਾਲ ਵਾਬਸਤਾ ਰਹੀਏ। ਔਰ ਜੇਕਰ ਸਿੱਧੂ ਸਾਹਿਬ ਆਪਾਂ ਗੱਲ ਕਰਦੇ ਹਾਂ, ਜਿਹੜਾ ਤੁਸੀਂ ਕਹਿੰਦੇ ਕਿ ਹਰ ਇੱਕ ਤਰ੍ਹਾਂ ਦਾ ਸਾਹਿਤ ਚੰਗਾ ਵੀ ਰਚਿਆ ਜਾ ਰਿਹਾ, ਸਾਹਿਤ ਮਾੜਾ ਵੀ ਰਚਿਆ ਜਾ ਰਿਹਾ। ਜਿਹੜਾ ਮਾੜਾ ਸਾਹਿਤ ਆ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਖੂਰਾ ਤਾਂ ਲਾਉਂਦਾ ਹੀ ਆ, ਢਾਹ ਤਾਂ ਲਾਉਂਦਾ ਹੀ ਆ, ਹੈ ਨਾ ਜੀ। ਤੇ ਉਹਨੂੰ ਰੋਕਣ ਦੇ ਵਾਸਤੇ
ਕਿ ਆਪਾਂ ਉਹ ਪ੍ਰਣਾਲਾ ਬੰਦ ਕਰ ਦਈਏ ਕਿ ਜਿਹੜਾ ਸਿੱਧਾ ਹੀ ਸਾਡੀ ਰਸੋਈ ਦੇ ਵਿੱਚ ਵਰਦਾ ਹੋਵੇ। ਹਾਂਜੀ। ਤੇ ਇਹ ਕੋਈ ਯਤਨ ਤਾਂ ਕੀਤੇ ਜਾ ਸਕਦੇ ਆ? ਦੇਖੋ ਇਹ ਤਾਂ ਯਤਨ ਜ਼ਰੂਰੀ ਆ, ਮੈਨੂੰ ਲੱਗਦਾ ਤੁਹਾਡਾ ਬਹੁਤ ਇਹ ਜਿਹੜਾ ਸਵਾਲ ਇੰਪੋਰਟੈਂਟ ਹੈ। ਉਹਦਾ ਹੱਲ ਇਹੀ ਹੁੰਦਾ ਆ ਵੀ ਜਿਹੜੇ ਸਮਾਜ ਦੇ ਵਿੱਚ ਵਕਾਰ ਪੈਦਾ ਹੋ ਗਏ ਆ ਜਾਂ ਕੀਤੇ ਜਾ ਰਹੇ ਆ, ਉਹਨਾਂ ਨੂੰ ਜਿਹੜਾ ਸਾਹਿਤ ਪ੍ਰਮੋਟ ਕਰ ਰਿਹਾ ਆ, ਉਹਦੇ ਪੈਰਲਲ ਚੰਗਾ ਸਾਹਿਤ ਜਿਹੜਾ ਆ, ਮੈਨੂੰ ਲੱਗਦਾ ਉਹ ਸਾਨੂੰ ਲਿਖਣਾ ਚਾਹੀਦਾ ਆ। ਔਰ ਉਹ ਸਾਹਿਤ ਇਕੱਲਾ ਲਿਖਣਾ ਨਹੀਂ ਚਾਹੀਦਾ, ਉਹਦਾ ਪ੍ਰਚਾਰ ਕਰਨਾ ਚਾਹੀਦਾ। ਉਹਦੇ ਲਈ ਸਭ ਤੋਂ ਵੱਡੀ ਡਿਊਟੀ ਜਿਹੜੇ ਆ ਸਾਡੇ ਸਰਕਾਰੀ ਅਦਾਰੇ ਆ ਜੀ, ਇਹਨਾਂ ਦੀ ਬਣਦੀ ਆ ਵੀ ਇਹ ਉਹਦਾ ਫਲਾਹ ਕਰਨ। ਉਦੋਂ ਬਿਨਾਂ ਸਾਡੇ ਕੋਲ ਸਾਹਿਤ ਸਭਾਵਾਂ ਆ, ਸਾਡੇ ਕੋਲ ਮੈਗਜ਼ੀਨ ਆ, ਸਾਡੇ ਕੋਲ ਬਹੁਤ ਸਾਰੀਆਂ ਸੰਸਥਾਵਾਂ ਆ, ਕਾਲਜ ਆ, ਯੂਨੀਵਰਸਿਟੀਆਂ ਆ, ਸਕੂਲ ਆ, ਅਧਿਆਪਕ ਆ, ਹਰ ਪਾਸੇ ਲੋਕ ਬੈਠੇ ਆ ਵੀ ਉਹ ਚੰਗੀ ਚੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਮਤਲਬ ਉਹ ਜਾਣ, ਤਾਂ ਹੀ ਉਹ ਜਿਹੜਾ ਪ੍ਰਣਾਲਾ ਡਿੱਗ ਰਿਹਾ ਆ ਉਹ ਬੰਦ ਹੋ ਸਕਦਾ ਆ। ਤੇ ਤਾਂ ਹੀ ਜਿਹੜੀ ਨੌਜਵਾਨ ਸਾਡੀ ਪੀੜ੍ਹੀ ਆ ਉਹਦਾ ਭਵਿੱਖ ਚੰਗਾ ਬਣ ਸਕਦਾ, ਉਹਦੇ ਨਾਲੇ ਦੇਸ਼ ਜਿਹੜਾ ਹੈ ਤਰੱਕੀ ਕਰ ਸਕਦਾ। ਦੇਖੋ ਤੁਸੀਂ 47 ਤੇ ਨਿਗਾਹ ਮਾਰੋ, ਉਦੋਂ ਤੁਹਾਡਾ ਦੇਸ਼ ਕਿੱਥੇ ਖੜਾ ਸੀਗਾ। ਜੇ ਦੇਸ਼ ਨੇ ਗਾਹਾਂ ਤੋਂ ਗਾਹਾਂ ਤਰੱਕੀ ਕੀਤੀ ਆ, ਇਹਦਾ ਮਤਲਬ ਉਦੋਂ ਲੋਕ ਚੇਤਨ ਸੀਗੇ। ਲੋਕਾਂ ਨੇ ਉਸ ਵੇਲੇ ਲੀਡਰਾਂ ਵਿੱਚ ਵੀ ਮਤਲਬ ਚੰਗੇ ਗੁਣ ਸੀਗੇ, ਸਾਹਿਤਕਾਰ ਵੀ ਵਧੀਆ ਸੀਗੇ। ਤੇ ਹੁਣ ਵੀ ਜੇ ਉਹਨੂੰ ਗਾਹਾਂ ਮਤਲਬ ਉਹਦਾ ਵਿਕਾਸ ਹੁੰਦਾ ਆ ਤਾਂ ਵਧੀਆ ਹੋ ਜਾਊਗਾ। ਜੇ ਉੱਤੇ ਬ੍ਰੇਕ ਲੱਗ ਗਈ ਆ, ਦੂਜੇ ਲੋਕ ਬਕਾਰਾਂ ਵਾਲੇ ਆ ਉਹ ਪੈਦਾ ਹੋ ਗਏ ਆ, ਉਹਦੇ ਵਿੱਚ ਸੋਸਾਇਟੀ ਵਿੱਚ ਜਿਸ ਤਰ੍ਹਾਂ ਦੀਆਂ ਹੁਣ ਬਹੁਤ ਗਿਰਾਵਟ ਆ ਗਈ ਆ, ਮਨੀਪੁਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ। ਮਤਲਬ ਕਦੇ ਸੁਣਿਆ ਸੀ ਅਸੀਂ ਤੁਸੀਂ ਵੀ 6 ਮਹੀਨੇ ਦੀ ਬੱਚੀ ਦੇ ਨਾਲ ਜਬਰ ਜਨਾਹ ਹੋਇਆ ਜੀ? ਪੰਜਾਬ ਦੀ ਧਰਤੀ, ਮਤਲਬ ਜਿਹੜੇ ਵੱਡੇ ਵੱਡੇ ਕ੍ਰਾਂਤੀਕਾਰੀਆਂ, ਗੁਰੂਆਂ, ਪੀਰ, ਉਸ ਧਰਤੀ ਦੇ ਉੱਤੇ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਹੈਗੀਆਂ। ਮਤਲਬ ਜੇ ਅਸੀਂ ਉਹ ਬੰਦਿਆਂ ਦੇ ਮਾਈਂਡ ਜਿਹੜੇ ਵਾਸ਼ ਕਰ ਦਈਏ, ਉਹਨਾਂ ਨੂੰ ਇੱਕ ਚੰਗਾ, ਚਾਹੇ ਉਹ ਸੀਰੀਅਲ ਹੈ, ਥੀਏਟਰ ਆ, ਸਾਹਿਤ ਆ, ਚੰਗੇ ਵਿਚਾਰ ਆ, ਜਦੋਂ ਲੈ ਕੇ ਜਾਵਾਂਗੇ ਮੈਨੂੰ ਲੱਗਦਾ ਉਹ ਆਪੇ ਤਬਦੀਲੀ ਆ। ਦੇਖੋ ਇਹ ਜਿਹੜੀਆਂ ਤੁਸੀਂ ਘਟਨਾਵਾਂ ਯਾਦ ਕਰਾਉਂਦੇ ਹੋ, ਲੂ ਕੰਡੇ ਖੜੇ ਹੋ ਜਾਂਦੇ ਆ। ਹਾਂਜੀ। ਔਰ ਜੇਕਰ ਅਸੀਂ ਗੱਲ 47 ਤੋਂ ਫਿਰ ਤੋਰ ਲਈਏ, ਉੱਥੋਂ ਅਸੀਂ ਤਰੱਕੀ ਵੱਲ ਨੂੰ ਗਏ ਆ। ਹਾਂਜੀ। ਅਸੀਂ ਲਗਾਤਾਰ ਚੜ੍ਹਦੇ ਪਾਸੇ ਨੂੰ ਗਏ ਆ। ਠੀਕ ਆ। ਤੇ ਹੁਣ ਤਰੱਕੀ ਕਰਦੇ ਕਰਦੇ ਹੁਣ ਅਸੀਂ ਲਹਿੰਦੇ ਪਾਸੇ ਨੂੰ ਆ ਗਏ ਆ ਹੁਣ ਮਾਨਸਿਕ ਤੌਰ ਤੇ। ਠੀਕ ਆ। ਤੇ ਇਹ ਜਿਹੜੀਆਂ ਮਾਨਸਿਕ ਤੌਰ ਤੇ ਸਾਡੀਆਂ ਗਿਰਾਵਟਾਂ ਆਈਆਂ ਕਿ ਜੇਕਰ ਅਸੀਂ 6 ਮਹੀਨੇ ਦੀ ਬੱਚੀ ਵੀ ਨਹੀਂ ਛੱਡੀ, ਤਾਂ ਇੱਥੇ ਤੁਹਾਨੂੰ ਲੱਗਦਾ ਕਿ ਚੰਗਾ ਸਾਹਿਤ ਸਾਡਾ ਕਿਤੇ ਘਟ ਗਿਆ? ਹਾਂ, ਉਹ ਦੇਖੋ ਸਮੱਸਿਆ ਇੱਥੇ ਆ ਕੇ ਖੜੀ ਹੈਗੀ ਆ ਵੀ ਜਿਸ ਤਰ੍ਹਾਂ ਜਦੋਂ ਅਸੀਂ ਨਿੱਕੇ ਸੀਗੇ ਪਿੰਡਾਂ ਦੇ ਵਿੱਚ ਸਭਾਵਾਂ ਬਣੀਆਂ ਹੁੰਦੀਆਂ ਸੀਗੀਆਂ, ਔਰ ਉਹ ਨੌਜਵਾਨ ਕੀ ਕਰਦੇ ਸੀਗੇ, ਉਹਨਾਂ ਨੇ ਪਿੰਡਾਂ ਦੀ ਸਫਾਈ ਕਰਨੀ ਜੀ, ਸਫਾਈ ਕਰਨੀ, ਬੂਟੇ ਦਰਖਤ ਲਾਣੇ। ਈਵਨ ਉਦੋਂ ਪਿੰਡਾਂ ਸਾਡੇ ਅਖਬਾਰਾਂ ਬਹੁਤ ਘੱਟ ਆਉਂਦੀਆਂ ਸੀ, ਉਹਨਾਂ ਨੇ ਬਕਾਇਦਾ ਤੌਰ ਤੇ ਬੋਰਡ ਬਣਾਏ ਹੁੰਦੇ ਸੀ, ਉਹਨਾਂ ਦੇ ਉੱਤੇ ਖਬਰਾਂ ਲਿਖਣੀਆਂ। ਅੱਛਾ, ਜਿਹੜੇ ਜਵਾਕ ਪੜ੍ਹ ਕੇ ਆਣੇ ਉਹਨਾਂ ਨੂੰ ਫ੍ਰੀ ਪੜ੍ਹਾਉਣਾ, ਤੇ ਜਿਹਨਾਂ ਕੋਲ ਥੋੜ੍ਹੇ ਬਹੁਤੇ ਪੈਸੇ ਹੁੰਦੇ ਸੀਗੇ ਔਰ ਉਹ ਕਿਤਾਬਾਂ ਨਿਆਣਿਆਂ ਨੂੰ ਵੰਡਦੇ ਹੁੰਦੇ ਸੀ ਕਿ ਆਹ ਲਿਟਰੇਚਰ ਤੁਸੀਂ ਪੜ੍ਹੋ। ਪਰ ਹੁਣ ਸਾਡੇ ਕੋਲ ਫੋਨ ਹੈ, ਅਸੀਂ ਜਿਹੜਾ ਜੰਮਦਾ ਬੱਚਾ ਆ ਉਹਨੂੰ ਚੁੱਪ ਕਰਾਉਣ ਦੇ ਲਈ ਇੱਕ ਫੀਮ, ਜਿੱਦਾਂ ਮਤਲਬ ਅੱਗੇ ਪੁਰਾਣੇ ਟਾਈਮਾਂ ਦੇ ਉੱਤੇ ਕਈ ਖੇਤਰਾਂ ਵਿੱਚ ਵੀ ਬੱਚੇ ਬਹੁਤ ਮਾਵਾਂ ਦੇ ਹੁੰਦੇ ਸੀਗੇ, ਉਹਨਾਂ ਨੇ ਉਹਨੂੰ ਚੁੱਪ ਕਰਾਉਣ ਦੇ ਲਈ ਫੀਮ ਦੇ ਦੇਣੀ। ਹੁਣ ਅਸੀਂ ਹੁਣੇ ਜੰਮਦਿਆਂ ਨੂੰ ਬੱਚਿਆਂ ਨੂੰ YouTube, ਫਲਾਣਾ, ਫੇਸਬੁੱਕ ਸਾਰਾ ਖੋਲ ਕੇ ਦੇਈ ਜਾਂਦੇ ਆ। ਉਹ ਸਾਨੂੰ ਜਾਣਕਾਰੀ ਤਾਂ ਦੇ ਰਿਹਾ ਸੋਸ਼ਲ ਮੀਡੀਆ, ਗਿਆਨ ਨਹੀਂ ਦੇ ਰਿਹਾ। ਗਿਆਨ ਤੁਹਾਨੂੰ ਚੰਗੀਆਂ ਕਿਤਾਬਾਂ ਨਹੀਂ ਦੇਣਾ ਹੈਗਾ ਆ। ਤੇ ਉਹ ਜਿੰਨਾ ਚਿਰ ਉਹਦੇ ਲਈ ਭਾਈ ਇੱਕ ਹੋਰ ਆ, ਜਿੰਨਾ ਚਿਰ ਮੈਂ ਨਹੀਂ ਕਿਤਾਬ ਪੜ੍ਹੂ ਮੇਰਾ ਬੱਚਾ ਨਹੀਂ ਪੜ੍ਹੂਗਾ ਜੀ। ਜੇ ਅਸੀਂ ਬੱਚੇ ਇਹੀ ਕਹੀ ਜਾਂਦੇ ਆ ਬੱਚੇ ਤੁਸੀਂ ਕਿਤਾਬ ਪੜ੍ਹ ਲਓ, ਮੈਂ ਆਪ ਫੋਨ ਤੇ ਲੱਗਾ ਹੋਇਆ ਜੀ, ਠੀਕ ਆ, ਤੇ ਨਹੀਂ ਬੱਚਾ ਕਦੇ ਪੜੂਗਾ। ਜੇ ਮੇਰੇ ਹੱਥ ਵਿੱਚ ਕਿਤਾਬ ਆ ਤਾਂ ਬੱਚੇ ਦੇ ਹੱਥ ਵਿੱਚ, ਕਲਾਸ ਦੇ ਵਿੱਚ ਟੀਚਰ ਦੇ ਹੱਥ ਵਿੱਚ ਕਲਾਸ 'ਚ ਹੀ ਫੋਨ ਹੈ, ਤੇ ਉਹ ਬੱਚਾ ਨਹੀਂ ਕਿਤਾਬ ਪੜੂਗਾ। ਤੇ ਉਹਦੇ ਲਈ ਜ਼ਰੂਰੀ ਆ ਵੀ ਉਹਦੇ ਹੱਥ 'ਚ ਵੀ ਕਿਤਾਬ, ਉੱਧਰ ਵੀ ਕਿਤਾਬ। ਰੋਲ ਮਾਡਲ ਬਣਨਾ ਪੈਣਾ, ਰੋਲ ਮਾਡਲ ਤੁਹਾਨੂੰ ਬਣਨਾ ਹੀ ਪੈਣਾ ਹੈਗਾ, ਵੱਡਿਆਂ ਨੂੰ ਬਣਨਾ ਪੈਣਾ। ਬਿਲਕੁਲ ਬਿਲਕੁਲ। ਅੱਛਾ, ਸਾਡਾ ਪਾਠਕ ਮੰਨ ਲਓ ਸਾਡੀ ਕੋਈ ਕਿਤਾਬ ਖੋਲਦਾ, ਹਾਂਜੀ, ਔਰ ਉਹ ਖੋਲ ਕੇ ਮੁੜ ਕੇ ਪੜ੍ਹੇ ਬਿਨਾਂ ਬੰਦ ਨਾ ਕਰੇ, ਫਿਰ ਸਾਡੀ ਭਾਸ਼ਾ, ਸਾਡਾ ਵਿਸ਼ਾ ਔਰ ਸਾਡਾ ਪਲਾਟ ਸਾਰਾ ਉਹ ਕਿਹੋ ਜਿਹਾ ਹੋਣਾ ਚਾਹੀਦਾ? ਦੇਖੋ ਮੈਨੂੰ ਇੱਕ ਐਂ ਲੱਗਦਾ ਵੀ ਇੱਕ ਤਾਂ ਲੋਕਾਂ ਦੇ ਪੱਧਰ ਦੀਆਂ ਉਮਰ ਦੇ ਦੇਖਣੇ ਚਾਹੀਦੇ ਵੀ ਕਿਹੜਾ ਬੱਚਾ, ਸਾਡੇ ਕੋਲ ਪ੍ਰਾਇਮਰੀ ਦੇ ਬੱਚੇ ਆ, ਉਹਨਾਂ ਦੇ ਪੱਧਰ ਦਾ ਸਾਹਿਤ ਹੋਣਾ ਚਾਹੀਦਾ। ਫਿਰ ਜਿਹੜਾ ਉੱਪਰਲੇ ਥੋੜੇ ਬੱਚੇ ਆ, ਮਤਲਬ 10 ਸਾਲ ਤੋਂ 14-15, ਇਹਨਾਂ ਦਾ ਪੰਜਾਬੀ ਸਾਹਿਤ ਹੀ ਹੈ ਨਹੀਂ, ਠੀਕ ਆ। ਬਾਲਗਾਂ ਲਈ ਤਾਂ ਉੱਪਰਲੇ ਲਈ ਹੈਗਾ, ਵਿਚਕਾਰ ਵਾਲਿਆਂ ਲਈ, ਵਿਦਿਆਰਥੀਆਂ ਲਈ ਸਾਡੇ ਕੋਲ ਲਿਟਰੇਚਰ ਹੀ ਨਹੀਂ ਹੈਗਾ। ਜਿਹੜੇ ਕਿ ਬਾਲ ਸਾਹਿਤ ਤੇ ਅੱਲੜ, ਹਾਂ, ਜਿਹੜੇ ਅੱਲੜ
ਹਾਂ ਉਹਨਾਂ ਦੇ ਲਈ ਹੈ ਨਹੀਂ, ਅਜੇ ਬਾਲ ਸਾਹਿਤ ਹੈਗਾ ਆ, ਦੂਜਿਆਂ ਲਈ ਸਾਡੇ ਕੋਲ ਹੈ ਨਹੀਂ। ਅੱਛਾ, ਉਹ ਜਿੰਨਾ ਚਿਰ ਆਪਾਂ ਇੱਕ ਤਾਂ ਇਹ ਆ ਵੀ ਔਖਾ ਨਾ ਲਿਖੀਏ, ਥੋੜਾ ਸੌਖਾ ਲਿਖੀਏ, ਦਿਲਚਸਪ ਲਿਖੀਏ, ਹੈਨਾ। ਉਹ ਮਾਰਕੀਟ ਦੀ ਜਦੋਂ ਉਹਨੂੰ ਛਪਵਾਉਣਾ ਵੀ ਆ, ਉਹਦੇ ਨਾਲ ਕੋਈ ਵਧੀਆ ਜਿਹੜੀਆਂ ਪੇਂਟਿੰਗ ਜਾਂ ਕੋਈ ਨਾ ਕੋਈ ਬਣਾ ਕੇ ਉਹ ਲਾਈਆਂ ਜਾਣ, ਤੇ ਉਹਦੇ ਨਾਲ ਕੀ ਹੋਏਗਾ, ਉਹ ਜਿਹੜਾ ਬੱਚਾ ਆ ਉਹ ਜੁੜ ਜਾਊਗਾ। ਹੁਣ ਜਾਣੀ ਕਿ ਸਭ ਤੋਂ ਵੱਧ ਕੰਮ ਜਿਹੜਾ ਕਰਨਾ ਬਣਦਾ ਆ ਉਹ ਬੱਚਿਆਂ 'ਚ ਕਰਨਾ ਬਣਦਾ, ਤੇ ਪਿੰਡ ਨੂੰ ਬਚਾਉਣ ਦੀ ਲੋੜ ਆ। ਜੇ ਅੱਜ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ, ਭਾਸ਼ਾ ਨੂੰ ਬਚਾਉਣਾ ਆ, ਕੋਈ ਚੰਗੀ ਸਿਆਸਤ ਕਰਨੀ ਆ, ਸਾਡਾ ਸ਼ਹਿਰੀਕਰਨ ਹੋ ਗਿਆ। ਸ਼ਹਿਰੀਕਰਨ ਕੀ ਆ, ਨੱਠ ਭੱਜ ਵਾਲੀ ਜ਼ਿੰਦਗੀ। ਮੈਂ ਵੀ ਸ਼ਹਿਰ 'ਚ ਰਹਿ ਰਿਹਾ, ਸਾਡੇ ਕੋਲ ਵਿਹਲੇ ਹੀ ਹੈ ਨਹੀਂ, ਪਰ ਪਿੰਡ ਇੱਕ ਜਿਹਦੇ ਕੋ ਮਤਲਬ ਸ਼ਾਂਤੀ ਵੀ ਹੈਗੀ ਆ, ਜਿਹਦੇ ਕੋ ਉਹਦੇ ਕੋਲ ਹਰਿਆਲੀ ਹੋਣੀ ਚਾਹੀਦੀ ਹੈ, ਉਹਦੇ ਕੋਲ ਕੋਈ ਮਨੁੱਖੀ ਕਦਰਾਂ ਕੀਮਤਾਂ ਹੋਣੀਆਂ ਚਾਹੀਦੀਆਂ, ਕਿ ਭਾਈਚਾਰਾ ਹੋਣਾ ਚਾਹੀਦਾ। ਉਹ ਸਾਰਾ ਕੁਝ ਲਿਟਰੇਚਰ ਵਿੱਚ ਵੀ ਹੋਣਾ ਚਾਹੀਦਾ ਆ, ਵੀ ਤੁਹਾਡੇ ਕੋਲ ਭਾਈਚਾਰਾ ਹੈਗਾ, ਹੈ ਨਾ। ਧੀ ਭੈਣ ਸਾਡੀ ਪਿੰਡ ਦੀ ਸਾਰਿਆਂ ਦੀ ਸਾਂਝੀ, ਉਹ ਹੋਣਾ ਚਾਹੀਦਾ। ਬਿਲਕੁਲ। ਔਰ ਉਹ ਜਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਅੱਜ ਗਾਇਬ ਹੋ ਗਈਆਂ, ਔਰ ਲੱਗਦਾ ਕਿ ਉਹ ਸਾਹਿਤ ਵਿੱਚੋਂ ਵੀ ਮਨਫੀ ਹੋ ਗਈਆਂ। ਤੇ ਇਸੇ ਕਰਕੇ ਜਿਹੜਾ ਸਾਡਾ ਸਮਾਜ ਹੈ ਅੱਜ ਹੋਰ ਰਾਹ ਦੇ ਉੱਪਰ ਤੁਰਿਆ। ਗੱਲਾਂ ਬਹੁਤ ਸਾਰੀਆਂ ਸਨ ਜਿਹੜੀਆਂ ਅਸੀਂ ਕਰਨੀਆਂ ਸਨ, ਬਹੁਤ ਸਾਰੀਆਂ ਰਹਿ ਵੀ ਗਈਆਂ, ਕਿਉਂਕਿ ਸਮਾਂ ਜਿੰਨਾ ਸੀਗਾ ਉਨੇ ਸਮੇਂ ਦੇ ਵਿੱਚ ਜਿੰਨਾ ਕੁਝ ਕਰ ਸਕਦੇ ਸੀ ਆਪਾਂ ਕੀਤਾ। ਤੁਸੀਂ ਬਹੁਤ ਸਾਰੀਆਂ ਸਾਨੂੰ ਕੰਮ ਦੀਆਂ ਗੱਲਾਂ ਦੱਸੀਆਂ ਨੇ, ਬਹੁਤ ਕੁਝ ਤੁਹਾਡੇ ਕੋਲ ਸਿੱਖਣ ਨੂੰ ਮਿਲਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਨਹੀਂ, ਧੰਨਵਾਦ ਹੈ ਜੀ ਤੁਹਾਡਾ, ਜਿਹਨੇ ਬੜੇ ਵਧੀਆ ਸਵਾਲ ਕੀਤੇ ਆ, ਤੇ ਤੁਹਾਡੇ ਬਹਾਨੇ ਦੇ ਨਾਲ ਸਾਡੇ ਜਿਹੜੇ ਸਤਿਕਾਰਯੋਗ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ, ਵੀ ਉਹਨਾਂ ਦੇ ਨਾਲ ਇਸ ਬਹਾਨੇ ਦੇ ਨਾਲ ਗੱਲਾਂ ਹੋ ਗਈਆਂ। ਮੈਂ ਤੁਹਾਡਾ ਤੇ ਸਾਡਾ ਦੂਰਦਰਸ਼ਨ ਕੇਂਦਰ ਜਲੰਧਰ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਔਰ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ।